कंदन। गुरु अमरदास हृदय नित त्याऊं, हृदय नित त्याऊं। श्री गुरु रामदास गुण गाऊं। गुरु अर्जन विघ्नन के नाशक, विघ्नन के नाशक। श्री हर गोबिंद सुमत पर शासक। श्री हर राय नमो कर जोरी, नमो कर जोरी। श्री हर कृष्ण मनाओ, गुरु तेग बहादुर परम कृपाला, परम कृपाला। श्री गुरु गोबिंद सिंह बेसाला। तरो तरा पर पुन पुन सीसा, पुन पुन सीसा। बंदो बार बार जगदीसा। एक ओंकारा सतगुरु, एक साथ सच हुए। वाहिगुरु जी की फतेह विघ्न है, विनाशन सोए। वाहिगुरु जी की फतेह विघ्न है। विनाशन सोए। दोहरा रसावल छंद। पिता पूत मारा कि प्रातंग प्रहारा। करा चूल चाले न जाही संभाले। वाहिगुरु जी का खालसा, वाहिगुरु जी की फतेह। आओ गुरु प्यारे, गुरु सवारे, सत्संगी जनो, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਨਾਲ ਜੁੜਨਾ ਕਰੀਏ। ਕੱਲ੍ਹ ਆਪਾਂ ਕਥਾ ਸਰਵਣ ਕਰ ਰਹੇ ਸੀ ਸ਼੍ਰੀ ਅਨੰਦਪੁਰ ਸਾਹਿਬ ਦਾ ਜੰਗ, ਜਦੋਂ ਤੁਰਕਾਂ ਨੇ ਅਤੇ ਪਹਾੜੀ ਰਾਜਿਆਂ ਨੇ ਰਲ ਕੇ ਅਨੰਦਪੁਰ ਸਾਹਿਬ ਨੂੰ ਘੇਰਾ ਪਾਇਆ ਤਾਂ ਗੁਰੂ ਪਿਆਰਿਓ ਕਈ ਦਿਨ ਤਾਂ ਇਹਨਾਂ ਨੇ ਲੜਾਈ ਕਰਕੇ ਦੇਖੀ, ਪਰ ਲੜਾਈ ਦੇ ਵਿੱਚ ਇਹਨਾਂ ਦਾ ਨੁਕਸਾਨ ਬਹੁਤ ਹੋਣ ਲੱਗਿਆ ਅਤੇ ਅਖੀਰ ਦੂਰ ਹਟ ਕੇ ਘੇਰਾ ਪਾ ਕੇ ਬੈਠ ਗਏ ਔਰ ਇਹਨਾਂ ਨੇ ਬਾਹਰੋਂ ਰਾਸ਼ਨ ਪਾਣੀ ਅੰਦਰ ਜਾਣਾ ਬੰਦ ਕਰ ਦਿੱਤਾ ਵੀ ਜਦੋਂ ਇਹਨਾਂ ਕੋਲੇ ਖਾਣ ਪੀਣ ਦਾ ਸਮਾਨ ਮੁੱਕ ਗਿਆ ਫਿਰ ਆਪੇ ਬਾਹਰ ਨਿਕਲਣਗੇ, ਫਿਰ ਆਪਾਂ ਲੜਾਂਗੇ। ਤੇ ਇਸ ਤਰ੍ਹਾਂ ਗੁਰੂ ਪਿਆਰਿਓ ਇਹ ਸਾਜ਼ਿਸ਼ ਬਣਾ ਕੇ ਬਾਹਰ ਬੈਠੇ ਰਹੇ, ਪਰ ਸਿੰਘ ਜਿਹੜੇ ਹਨ ਆਜ਼ਾਦ ਸ਼ੇਰ ਦੀ ਨਿਆਈ ਜਦੋਂ ਕਦੇ ਸਮਾਂ ਲੱਗਦਾ ਨਿਕਲਦੇ ਆ ਅਤੇ ਜਦੋਂ ਕੋਈ ਅੜਦਾ ਤੇ ਝੜ ਜਾਂਦਾ ਝਟਕਾ ਕੇ ਫਿਰ ਚਲੇ ਜਾਂਦੇ ਆ। ਇੱਕ ਦਿਨ ਸ਼ੇਰ ਸਿੰਘ ਤੇ ਨਾਰ ਸਿੰਘ ਨੇ ਸਲਾਹ ਕੀਤੀ ਬਈ ਆਪਾਂ ਅੱਜ ਹਨੇਰਾ ਜਿਹਾ ਹੈਗਾ ਤੇ ਜਿਹੜੇ ਮੁਗਲ ਹਨ ਉਹ ਸਭ ਸੌਂ ਸੂ ਗਏ ਹੋਣਗੇ, ਰਾਤ ਦਾ 1-1:30 ਵੱਜ ਗਿਆ ਤੇ ਕਿਉਂ ਨਾ ਆਪਾਂ ਇਹਨਾਂ ਦੇ ਉੱਤੇ ਹਮਲਾ ਕਰੀਏ। ਤੇ ਸਲਾਹ ਬਣਾ ਕੇ ਗੁਰੂ ਪਿਆਰਿਓ ਇੱਕ ਸਿੰਘ ਨੇ ਜਾ ਕੇ 5-7 ਨਾਲ ਸਿੰਘ ਲਏ ਤੇ ਮੁਗਲਾਂ ਦੇ 10-12 ਬੰਦਿਆਂ ਨੂੰ ਵੱਢ ਦਿੱਤਾ। ਤੇ ਜਦੋਂ ਵੱਢੇ ਤੇ ਰੌਲਾ ਪੈ ਗਿਆ, ਮੰਨ ਲਓ ਇਹ ਸਿੱਖ ਆ ਗਏ, ਉਹ ਸਿੱਖ ਪੈ ਗਏ ਤੇ ਉੱਬੜ ਵਾਹੇ ਸਾਰੇ ਮੁਸਲਮਾਨ ਉੱਠੇ, ਮੁਗਲ ਉੱਠੇ, ਤੁਰਕ ਉੱਠੇ ਔਰ ਉੱਬੜ ਵਾਹੇ ਹਨੇਰੇ ਵਿੱਚ ਹੀ ਤਲਵਾਰਾਂ ਤੇ ਬੰਦੂਕਾਂ ਚਲਾਉਣ ਲੱਗੇ, ਜਿਹਦੇ ਨਾਲ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਹੀ ਬੇਅੰਤ ਫੌਜ ਮਾਰ ਦਿੱਤੀ। ਸਿੰਘ ਬਸ ਇੱਕ ਵਾਰ ਕਰਕੇ ਤਲਵਾਰ ਦਾ ਤੇ ਹਨੇਰੇ ਦੇ ਵਿੱਚ ਹੀ ਵਾਪਸ ਕਿਲੇ ਲੋਹਗੜ੍ਹ ਵੱਲ ਭੱਜੇ ਆਏ ਤੇ ਮੁਗਲਾਂ ਨੇ ਸੋਚਿਆ ਵੀ ਸ਼ਾਇਦ ਵਿੱਚੇ ਫਿਰਦੇ ਆ ਤੇ ਉਹਨਾਂ ਨੇ ਹਨੇਰੇ ਵਿੱਚ ਹੀ ਬੰਦੂਕਾਂ ਚਲਾਈਆਂ, ਹਨੇਰੇ ਵਿੱਚ ਹੀ ਤਲਵਾਰਾਂ ਚਲਾਈਆਂ ਤੇ ਉਹਨਾਂ ਨੇ ਆਪਣੇ ਹੀ ਫੌਜੀ ਵੱਢਣੇ ਸ਼ੁਰੂ ਕਰਤੇ। ਹਨੇਰੇ 'ਚ ਪਤਾ ਨਹੀਂ ਲੱਗਿਆ ਕਿ ਪਿਓ ਤੋਂ ਪੁੱਤ ਵੱਢਿਆ ਗਿਆ, ਪੁੱਤ ਤੋਂ ਪਿਓ ਵੱਢਿਆ ਗਿਆ, ਕਿ ਭਰਾ ਨੇ ਭਰਾ ਨੂੰ ਮਾਰਤਾ। ਇੱਦਾਂ ਦਾ ਇੱਕ ਦਿਨ ਕੌਤਕ ਹੋਇਆ ਤੇ ਗੁਰੂ ਪਿਆਰਿਓ ਦੂਸਰੇ ਦਿਨ ਪਾਤਸ਼ਾਹ ਜੀ ਨੂੰ ਪਤਾ ਲੱਗਦਾ ਤੇ ਪਾਤਸ਼ਾਹ ਜੀ ਕੀ ਕਹਿੰਦੇ ਆ ਇਹ ਵਿਚਾਰਾਂ ਅੱਜ ਆਪਾਂ ਆਰੰਭ ਕਰਕੇ ਸਰਵਣ ਕਰਾਂਗੇ। ਉਸ ਤੋਂ ਪਹਿਲਾਂ ਆਪਣੀਆਂ ਅਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਸਾਬਦ ਛੰਦ। पिता पूत मारा कि प्रातंग प्रहारा।
ਕਹਿੰਦੇ ਉਸ ਹਨੇਰੇ ਦੇ ਵਿੱਚ ਫਿਰ ਪਤਾ ਹੀ ਨਹੀਂ ਲੱਗਿਆ ਤੁਰਕਾਂ ਨੂੰ, ਇੱਕ ਦੂਜੇ ਤੇ ਹਮਲਾ ਕਰਨ ਲੱਗੇ। ਹਨੇਰੇ ਦੇ ਵਿੱਚ ਹੀ ਪਤਾ ਨਹੀਂ ਪਿਓ ਤੋਂ ਪੁੱਤ ਵੱਢਿਆ ਗਿਆ, ਪੁੱਤ ਤੋਂ ਪਿਓ ਵੱਢਿਆ ਗਿਆ ਕਿ ਭਰਾ ਨੇ ਭਰਾ ਦੇ ਮਾਰੀ ਤਲਵਾਰ, ਤੇ ਉਧਰੋਂ ਭਰੀਆਂ ਬੰਦੂਕਾਂ ਚਲਾ ਦਿੱਤੀਆਂ ਹਨੇਰੇ ਵਿੱਚ ਹੀ। ਤੇ ਇਉਂ ਤੁਰਕਾਂ ਦੀ ਬਹੁਤ ਸਾਰੀ ਫੌਜ ਜਿਹੜੀ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਕੇ ਬੈਠੀ ਸੀ, ਆਪਸ ਵਿੱਚ ਹੀ ਵੱਢ ਕੇ ਮਰ ਗਈ। ਕਰਾ ਚੌਲ ਚਾਲੇ ਨਾ ਚਾਹੇ ਸੰਭਾਲੇ। ਕਰਾ ਚੌਲ ਕਹਿੰਦੀ ਹੈ ਤਲਵਾਰ ਨੂੰ, ਅੰਨ੍ਹੇਵਾਹ ਤਲਵਾਰ ਚਲਾਉਣੀ ਸ਼ੁਰੂ ਕਰ ਦਿੱਤੀ। ਪਤਾ ਨਹੀਂ ਲੱਗਦਾ ਕੌਣ ਕਿਹਨੂੰ ਮਾਰੀ ਜਾਂਦਾ, ਸੰਭਾਲਣਾ ਹੁੰਦਾ ਵੇਖਣਾ, ਬਿਨਾਂ ਵੇਖਿਆ ਹੀ। ਇਸੂ ਨਾਹੀ ਪੂਛੇ ਸੁਦੀ ਤੇ ਸੁਛੂਛੇ। ਔਰ ਸੁਧ ਹੁੰਦੀ ਹੈ, ਖਬਰ ਨਹੀਂ ਹੈ, ਕੋਈ ਪੁੱਛਦਾ ਵੀ ਨਹੀਂ ਵੀ ਕੀ ਹੋ ਗਿਆ, ਬਸ ਲੱਗ ਹੀ ਗਏ ਵੱਢਣ ਇੱਕ ਦੂਜੇ ਨੂੰ। ਤੇ ਉਹਨਾਂ ਨੂੰ ਇਹ ਵੀ ਨਹੀਂ ਪਤਾ ਲੱਗਿਆ ਵੀ ਅਸੀਂ ਆਪਦੇ ਬੰਦੇ ਵੱਢੀ ਜਾਂਦੇ ਆ। ਸਿੰਘ ਤਾਂ ਕੇਵਲ 5-7 ਗਏ ਸੀਗੇ। ਉਹਨਾਂ ਨੇ ਉਹਨਾਂ ਦੇ ਲੰਬੇ ਪਿਆਂ ਤੇ ਤਲਵਾਰਾਂ ਚਲਾਈਆਂ, ਕਿਸੇ ਦੀ ਬਾਂਹ ਵੱਢੀ ਗਈ, ਸਿਰ ਵੱਢਿਆ ਗਿਆ, ਰੌਲਾ ਪੈ ਗਿਆ, ਸਿੱਖ ਪੈ ਗਏ, ਸਿੱਖ ਪੈ ਗਏ। ਤੇ ਬਸ ਇਸੇ ਨਾਲ ਹੀ ਉਹ ਸਾਰੇ ਉੱਠ ਖੜੇ ਰੌਲਾ ਪਏ ਤੇ ਔਰ ਕੋਈ ਕਿਸੇ ਨੂੰ ਪੁੱਛਦਾ ਨਹੀਂ ਕੀ ਹੋਇਆ। ਕਰੇ ਉਜਤਾਵੈ ਪ੍ਰਹਾਰਨ ਚਲਾਵੈ। ਔਜ ਹੁੰਦਾ ਬੜੇ ਜ਼ੋਰ ਦੇ ਨਾਲ ਤਲਵਾਰ ਚਲਾ ਰਹੇ ਹਨ। ਕਟਿਆ ਤੁਮਾਰੀ ਦੇਖੇ ਕੋਈ ਨਹੀਂ। ਦਿਸਦਾ ਕੁਛ ਨਹੀਂ, ਮੱਸਿਆ ਦੀ ਕਾਲੀ ਰਾਤ ਹੈ, ਹਨੇਰਾ ਬਹੁਤ ਜ਼ਿਆਦਾ ਹੈ, ਗਾੜਾ ਦਿਸਦਾ ਕੁਛ ਵੀ ਨਹੀਂ। ਆਪਸ ਵਿੱਚ ਹੀ ਇੱਕ ਦੂਜੇ ਨੂੰ ਵੱਢਣ ਲੱਗੇ ਜੀ। ਪਛਾਨੇ ਨਾ ਆਨਾ ਪ੍ਰਹਾਰੇ ਕਿਰਪਾਨਾ। ਪਛਾਣ ਨਹੀਂ ਹੋ ਰਹੀ ਕਿ ਅਸੀਂ ਕਿਹਨੂੰ ਮਾਰ ਰਹੇ ਹਾਂ। ਸਿੰਘ ਤਾਂ ਬਸ ਕੰਮ ਕਰਕੇ 5-7 ਨੂੰ ਵੱਢ ਕੇ ਪੁੱਠੇ ਮੁੜ ਗਏ, ਪਰ ਇਸੇ ਮੋਰਚਾ ਮੇ ਸੰਘਾਰੇ ਤਮਾਮੈ। ਔਰ ਇਹਨਾਂ ਨੇ ਆਪਣੇ ਮੋਰਚਿਆਂ ਵਿੱਚ ਬੈਠਿਆਂ ਨੂੰ ਵੀ ਜਾ ਵੱਢਿਆ। ਇਸ ਤਰ੍ਹਾਂ ਬੇਅੰਤ ਹੀ ਫੌਜ ਤੁਰਕਾਂ ਦੀ ਆਪੇ ਹੀ ਮਰ ਗਈ। ਪਾਤਸ਼ਾਹੀ ਦਾ ਬਚਨ ਹੈ, ਪਾਪੀ ਕੇ ਮਾਰਨੇ ਕੋ ਪਾਪ ਮਹਾ ਬਲੀ ਹੈ। ਜਿਹੋ ਜੀ ਇਹਨਾਂ ਦੀ ਸੋਚ ਹੈ, ਕਹਿੰਦੇ ਇਹ ਆਪੇ ਹੀ ਮਰਨ ਲੱਗੇ ਜੀ। ਵਾਹਿਗੁਰੂ ਸਰੁਣ ਜਾਈ ਕਿਰਾ ਦੁੱਤ ਛਾਈ। ਔਰ ਧਰਤੀ ਦੇ ਉੱਤੇ ਗੁਰੂ ਪਿਆਰਿਓ ਖੂਨ ਦੀ ਨਦੀ ਵਹਿ ਤੁਰੀ ਹੈ। ਸੋਨਿਆ ਰੋਰ ਸੂਬੇ ਮਹਾਚਿੰਤ ਡੂਬੇ। ਦੂਜੇ ਪਾਸੇ ਰੌਲਾ ਪੈਂਦਾ ਸੁਣਿਆ, ਜ਼ਬਰਦਸਤ ਖਾਨ ਨੇ ਤੇ ਸੂਬੇਦਾਰ ਵਜੀਦੇ ਨੇ ਬੜੇ ਚਿੰਤਾ ਤੁਰ ਹਨ। ਕਟਿਓ ਮੋਰਚਾ ਕੋ ਸੁਨਿਆ ਸ਼ੋਰ ਤਾਕੋ। ਔਰ ਇਹਨਾਂ ਨੇ ਜਦ ਰੌਲਾ ਸੁਣਿਆ ਮੋਰਚਿਆਂ ਦੇ ਵੱਲ, ਲੋਹਗੜ੍ਹ ਵੱਲ, ਕਿਉਂਕਿ ਲੋਹਗੜ੍ਹ ਪਾਸਿਓਂ ਇਹ ਨੇੜੇ ਆ ਗਏ ਸੀਗੇ ਲੋਹਗੜ੍ਹ ਕਿਲੇ ਦੇ ਅੰਦਰ ਵੜਨ ਦੇ ਵਾਸਤੇ, ਇਸ ਕਰਕੇ ਸਿੰਘਾਂ ਨੇ ਥੋੜ੍ਹਾ ਤਜਰਬਾ ਦਿਖਾਇਆ। ਤਾਂ ਗੁਰੂ ਪਿਆਰਿਓ ਇਸ ਤਰ੍ਹਾਂ ਸੂਬੇਦਾਰ ਬੜੇ ਚਿੰਤਤ ਹਨ, ਉਹ ਵੀ ਆਉਂਦੇ ਐ। ਬੜ ਗਜਬ ਹੋਗਾ ਨਹੀਂ ਮੂਡ ਜੋਗਾ। ਔਰ ਮੂਰਖਾਂ ਨੇ ਦੇਖਿਆ ਨਹੀਂ ਗਾ ਤਾਂ ਬੜਾ ਗਜਬ ਹੋ ਗਿਆ। ਆਪਦੀ ਫੌਜ ਆਪੇ ਹੀ ਵੱਢ ਦਿੱਤੀ ਹੈ, ਸਾਰੇ ਚਿੰਤਾ ਤੁਰ ਹਨ। ਬਨੇ ਕੋ ਪਾਵਾ ਅੰਧੇਰੇ ਸੁਛਾਵਾ। ਕਿਉਂਕਿ ਇੱਕਦਮ ਕੋਈ ਲਾਈਟ ਦਾ ਇੰਤਜ਼ਾਮ ਵੀ ਨਹੀਂ। ਉਹਨਾਂ ਸਮਿਆਂ ਦੇ ਵਿੱਚ ਗੁਰੂ ਪਿਆਰਿਓ ਮਸ਼ਾਲਾਂ ਹੁੰਦੀਆਂ ਸਨ, ਸ਼ਾਇਦ ਮਸ਼ਾਲਾਂ ਵੀ ਇਹਨਾਂ ਨੇ ਬੁਝਾਤੀਆਂ ਹੋਣਗੀਆਂ। ਰਾਤ ਦੇ 12 ਵਜੇ ਤੋਂ ਉੱਤੇ ਦਾ ਸਮਾਂ ਹੈ, ਥੋੜ੍ਹਾ ਸਮਾਂ ਹੀ ਦਿਨ ਚੜ੍ਹਨ ਦੇ ਵਿੱਚ ਸੀਗਾ। ਅਤੇ ਉਦੋਂ ਇਹ ਸਾਰੀ ਰਾਤ ਦੇ ਪਹਿਰਾ ਦਿੰਦੇ ਹੋਏ ਘੋਕ ਥੱਕੇ ਹੋਏ ਡਿੱਗ ਪਏ ਔਰ ਸਿੰਘਾਂ ਨੇ ਗੁਰੂ ਪਿਆਰਿਓ ਇਹਨਾਂ 'ਤੇ ਹਮਲਾ ਕਰ ਦਿੱਤਾ ਅਤੇ ਫਿਰ ਬਸ ਕੰਮ ਚੱਲ ਪਿਆ। ਇਸ ਤਰ੍ਹਾਂ ਗੁਰੂ ਪਿਆਰਿਓ ਜਿਹੜੇ ਸੂਬੇਦਾਰ ਹਨ ਬੜੇ ਹੈਰਾਨ ਹਨ ਵੀ ਇਹ ਹੋ ਕੀ ਗਿਆ। ਨਹੀਂ ਰਾਤ ਜਾਗੇ ਤਬੇ ਦਾਬ ਲਾਗੇ। ਔਰ ਆਪਣੇ ਸੈਨਿਕਾਂ ਨੂੰ, ਪਹਿਰੇਦਾਰਾਂ ਨੂੰ ਝਿੜਕਦੇ ਆ ਕਿ ਤੁਸੀਂ ਰਾਤ ਨੂੰ ਜਾਗਦੇ ਨਹੀਂ ਰਹੇਗੇ। ਤਾਈਓ ਇਹਨਾਂ ਸਿੰਘਾਂ ਦਾ ਦਾਅ ਲੱਗ ਗਿਆ। ਸਾਰੇ ਸਿੰਘ ਜਾਏ ਲਖੇ ਜਾਓ ਭਾਈ। ਇਸ ਤਰ੍ਹਾਂ ਸਿੰਘ ਉਹਨਾਂ ਦੇ ਉੱਤੇ ਜਾ ਪਏ ਔਰ ਇਹ ਸਾਰੇ ਗੁਰੂ ਪਿਆਰਿਓ ਸੂਬੇਦਾਰ ਵਜੀਦਾ ਦੇ ਜ਼ਬਰਦਸਤ ਖਾਂ ਵੇਖ ਕੇ ਗੱਲਾਂ ਕਰਦੇ ਹਨ। ਇਸ ਪ੍ਰਕਾਰ ਕਟ ਮੋਰਚਾ ਫਤਿਹ ਖਾਲਸਾ ਪਾਏ। ਅੱਜ ਦੀ ਜੰਗ ਦੀ ਵੀ ਮਾਨੋ ਖਾਲਸੇ ਨੇ ਫਤਿਹ ਪ੍ਰਾਪਤ ਕੀਤੀ ਹੈ। ਤੁਰਕ ਮੋੜ ਮਤ ਹੋਈ ਕਰ ਨਾਸ਼ ਪਏ ਦੁਖ ਪਾਏ। ਔਰ ਵਜੀਦੇ ਦੀ ਸੈਨਾ ਜ਼ਬਰਦਸਤ ਦੀ ਫੌਜ, ਮੁਗਲਾਂ ਦੀ, ਤੁਰਕਾਂ ਦੀ ਫੌਜ ਜਿਹੜੀ ਹੈ ਆਪਸ ਵਿੱਚ ਕੱਟ ਕੇ ਹੀ ਮੂਰਖ ਮਰ ਗਏ ਤੇ ਹੁਣ ਦੁਖੀ ਹੋ ਰਹੇ ਨੇ। ਚੌਪਈ ਕੰਚਨ ਕੋ ਮੰਦਰ ਬੜ ਸੁੰਦਰ ਹੀਰਾ ਮੁਕਤਾ ਲਾਗੇ ਅੰਦਰ। ਔਰ ਸਤਿਗੁਰਾਂ ਦਾ ਇੱਕ ਸੁੰਦਰ ਮਹਿਲ ਹੈ ਜਿਸ ਤੇ ਸੋਨਾ ਚੜਿਆ, ਹੀਰੇ ਜਵਾਹਰਾਤ ਲੱਗੇ ਹਨ। ਨੀਕੇ ਕਾਰੀਗਰ ਸੁਧਾਰੀ ਕਰ ਕੀ ਪੰਕਤ ਬੇਰ ਬਿਥਾਰੀ। ਔਰ ਉਸ ਨੂੰ
ਮਿਸਤਰੀਆਂ ਨੇ ਬੜੀ ਚੰਗੀ ਤਰ੍ਹਾਂ ਸੁੰਦਰਤਾ ਦਿੱਤੀ ਹੈ। ਅਨੇਕਾਂ ਤਰ੍ਹਾਂ ਦੇ ਫੁੱਲ ਪੱਤੀਆਂ ਆਦਿ ਵੇਲਾਂ ਬਣਾਈਆਂ ਹਨ। ਬਹੁਤ ਬਡੂ ਰਜ ਮਨ ਦਮਕਾਈ, ਅਸ ਕਰ ਸਭ ਰੁਤ ਮੈਂ ਸੁਖਦਾਈ। ਇਹੋ ਜਿਹਾ ਸੁੰਦਰ ਉਹ ਮਕਾਨ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵਾਸਤੇ ਬਣਾਇਆ, ਜਿਹੜਾ ਗਰਮੀ ਸਰਦੀ ਹਰ ਵੇਲੇ ਸੁਖ ਦੇਣ ਵਾਲਾ ਹੈ। ਸਤਿਗੁਰ ਜਿਸ ਕੇ ਬੀਚ ਬਿਰਾਜੇ, ਰੁਚਰ ਪ੍ਰਿਯੰਕ ਤਰੇ ਜਬ ਚਾਜੇ। ਸਤਿਗੁਰੂ ਉਸ ਮਹਿਲ ਦੇ ਅੰਦਰ ਉਸ ਅਸਥਾਨ ਤੇ ਆਰਾਮ ਕਰ ਰਹੇ ਸੀ ਰਾਤ ਨੂੰ। ਰਚੇ ਪੁਰ ਟਿਕੇ ਪਾਵੇ ਚਾਰੂ, ਸਭ ਜਮਣੀ ਖਚ ਕੀ ਗੁਦ ਜਾਰੂ। ਜਿਸ ਦੇ ਜਿਹੜੇ ਪਾਵੇ ਹਨ ਚੰਦਨ ਦੇ ਬਣੇ ਹੋਏ ਹਨ, ਅਤੇ ਉੱਪਰ ਹਰੀਆਂ ਨੀਲੀਆਂ ਭਾਵ ਜੋ 9 ਰਤਨ ਹੁੰਦੇ ਆ, ਸਬਜ਼ ਹਰੇ ਜਿਹੜੇ 9 ਰਤਨ ਹੁੰਦੇ ਆ, ਮਣੀਆਂ ਆਦਿ ਹੁੰਦੀਆਂ ਉਹਦੇ ਵਿੱਚ ਫਿੱਟ ਕੀਤੀਆਂ ਹੈ। ਮੋਗਾਦਿਕ ਜਾਏ ਕੇ ਜਰਿਓ, ਕਿਸੇ ਦੇਸ਼ ਕੋ ਸੁੰਦਰ ਕਰਿਓ। ਗੁਰੂ ਨਾਨਕ ਦੇ ਘਰ ਵਿੱਚ ਕਿਸੇ ਵਸਤੂ ਦਾ ਘਾਟਾ ਨਹੀਂ। ਕਿਸੇ ਦੇਸ਼ ਦੇ ਮਿਸਤਰੀ ਨੇ, ਤਰਖਾਣ ਨੇ ਬੜੇ ਸੁੰਦਰ ਉਸ ਦੇ ਪਾਵੇ ਘੜ ਕੇ ਲਿਆਂਦੇ ਸੀ। ਰੋਚਰ ਮਖਮਲੀ ਚਾਦ ਵਿਚੋਨਾ, ਸੇਜ ਬੰਦ ਸੁੰਦਰ ਦੁੱਤ ਪੋਨਾ। ਉਸ ਪਲੰਗੇ ਦੇ ਉੱਪਰ ਸੁੰਦਰ ਮਖਮਲੀ ਵਿਛਾਉਣਾ ਵਿਛਿਆ ਹੋਇਆ ਜੀ। ਉਪੇ ਜਰੀਦਾਰ ਲਟਕੰਤੇ, ਜਿਸ ਪਰ ਪ੍ਰਭੂ ਵਿਸਰਾਮ ਕਰੰਤੇ। ਔਰ ਚਾਦਰਾਂ ਸੁੰਦਰ ਵਿਛਾਈਆਂ ਹੋਈਆਂ, ਸੇਜ ਬੰਦ ਚਾਦਰ ਇਕੱਠੀ ਨਾ ਹੋਵੇ, ਉਹਨੂੰ ਪਾਵਿਆਂ ਨਾਲ ਬੰਨ੍ਹਿਆ ਜਾਂਦਾ ਸੀ। ਸੇਜ ਬੰਦ ਲੱਗੇ ਹੋਏ ਹਨ ਤੇ ਨਾਲ ਉਸ ਦੇ ਸਾਈਡਾਂ ਤੇ ਜਰੀਦਾਰ ਹੀਰੇ ਜਵਾਹਰਾਤਾਂ ਦੇ ਗੁੱਛੇ ਲਮਕਦੇ ਹਨ। ਰੋਰਾ ਸੁਨ ਕਰ ਨਿੰਦਰਾ ਤਿਆਗੀ, ਚੌਂਕੀਦਾਰ ਹਕਾਰ ਸਿਆਗੀ। ਜਦੋਂ ਇਹ ਰੌਲਾ ਪਿਆ ਲੋਹਗੜ੍ਹ ਸਾਹਿਬ ਵਾਲੇ ਪਾਸੇ ਤੇ ਸਤਿਗੁਰਾਂ ਦੀ ਨੀਂਦ ਖੁੱਲ ਗਈ। ਪਹਿਰੇਦਾਰ ਨੂੰ ਆਵਾਜ਼ ਮਾਰਦੇ ਹਨ, ਇਸ ਕੋ ਕਹਿਓ ਪਟੋ ਨਰ ਕੋਈ, ਕਹਾਂ ਜੰਗ ਮਾਚੋ ਰਹਿ ਜੋਈ। ਕਹਿੰਦੇ ਪਤਾ ਕਰ ਕੀ ਹੋ ਗਿਆ, ਕਿੱਥੇ ਲੜਾਈ ਹੋ ਗਈ, ਭੇਜੋ ਬੰਦਾ ਕੋਈ। ਕਹਿ ਕੋ ਸਿੰਘ ਲਿਆਓ ਮਮ ਤੀਰਾ, ਸਰਬ ਬਾਤ ਜੋ ਕਹੇ ਸਦੀਰਾ। ਛੱਡ ਕੇ ਲਿਆ ਕਿਸੇ ਨੂੰ ਪਤਾ ਹੋਵੇ ਕਿੱਥੇ ਰੌਲਾ ਪੈ ਗਿਆ। ਆਪਣੇ ਪਹਿਰੇਦਾਰ ਨੂੰ ਪਾਤਸ਼ਾਹ ਕਹਿੰਦੇ ਸੱਦ ਕੇ ਲਿਆ, ਸਿੰਘ ਨੂੰ ਪਤਾ ਕਰਕੇ ਆਓ। ਸੁਨ ਭਾਰਤੀ ਸਿੰਘ ਪਠਾਇਓ, ਦੌੜਿਆ ਤੁਰਤ ਲੋਹਗੜ੍ਹ ਆਇਓ। ਔਰ ਉਸੇ ਵੇਲੇ ਕਹਿੰਦੇ ਇਹਨਾਂ ਨੇ ਬਾਹਰ ਆ ਕੇ ਇੱਕ ਸਿੰਘ ਨੂੰ ਭਜਾਇਆ ਲੋਹਗੜ੍ਹ ਵਾਲੇ ਪਾਸੇ, ਜਿੱਧਰੋਂ ਰੌਲੇ ਦਾ ਆਵਾਜ਼ ਆ ਰਹੀ ਸੀ। ਸ਼ੇਰ ਸਿੰਘ ਨਾਹਰ ਸਿੰਘ ਮਿਲਿਓ, ਗੁਰੂ ਪਠਾਇਓ ਮੈਂ ਇਤ ਮਿਲਿਓ। ਔਰ ਇਹ ਸਿੰਘ ਪਹੁੰਚਿਆ ਤੇ ਅੱਗੇ ਸ਼ੇਰ ਸਿੰਘ ਤੇ ਨਾਹਰ ਸਿੰਘ ਜਿਨ੍ਹਾਂ ਨੇ ਬਿਉਂਤ ਬਣਾਈ ਸੀ, ਉਹ ਫਿਰਦੇ ਸੀ ਘੁੰਮਦੇ। ਉਹਨਾਂ ਨੂੰ ਜਾ ਮਿਲਿਆ, ਕਹਿੰਦੇ ਮਿੱਤਰੋ ਕੀ ਗੱਲ ਹੋ ਗਈ, ਰੌਲਾ ਕਾਹਦਾ ਪੈ ਗਿਆ, ਤੁਹਾਨੂੰ ਗੁਰੂ ਸਾਹਿਬ ਨੇ ਬੁਲਾਇਆ ਹੈ। ਰਾਮਾ ਚੋ ਤੁਮਾਰੀ, ਸੁਧ ਲੈ ਬੇਤ ਆਇਓ ਦੌਰੀ। ਇੱਧਰ ਰੌਲਾ ਪਿਆ ਸੀ ਲੜਾਈ ਦਾ, ਮੈਨੂੰ ਖਬਰ ਲੈਣ ਭੇਜਿਆ। ਆਪਣੇ ਸਿੰਘ ਸੰਗ ਕਰ ਦੀਜੈ, ਪਟ ਤੁਰਤ ਨੇ ਬਿਲਮ ਲਖੀਜੈ। ਜਲਦੀ ਚੱਲੋ ਮੇਰੇ ਨਾਲ, ਪਾਤਸ਼ਾਹ ਨੇ ਸੱਦਿਆ ਹੈ, ਤੁਰੰਤ ਜਾ ਕੇ ਦੱਸੋ ਕੀ ਗੱਲ ਹੋਈ ਆ। ਸੁਨ ਗੁਰ ਨਾਮ ਬਤਾਏ ਬਿਰਤੰਤਾ, ਫਤਿਹ ਲਈ ਕਹੀਏ ਭਗਵੰਤਾ। ਔਰ ਇਹ ਸਾਰੀ ਖਬਰ ਲੈ ਕਰਕੇ ਤੇ ਉਹਨਾਂ ਸਿੰਘਾਂ ਨੇ ਆ ਕੇ ਦੱਸਣਾ ਕੀਤਾ। ਮਹਾਰਾਜ ਸਿੰਘਾਂ ਨੇ ਹਮਲਾ ਕੀਤਾ ਤੇ ਜਿੱਤ ਪ੍ਰਾਪਤ ਹੋਈ ਹੈ। ਸੰਗ ਜਵਾਰ ਸਿੰਘ ਪਠਾਇਓ, ਤਤ ਚਨ ਚਲਿਓ ਗੁਰੂ ਡਿਗ ਆਇਓ। ਤਾਂ ਉਹ ਸਿੱਖ ਦੇ ਨਾਲ ਜਵਾਰ ਸਿੰਘ ਨੂੰ ਭੇਜਿਆ ਸੀ, ਜਾ ਦੱਸਿਆ ਭਾਈ। ਬੈਠੇ ਪ੍ਰਭੂ ਬੂਝਿਓ ਤਿਸ ਤਾਈ, ਕਸਰੋ ਰਾਮਾਚੋ ਸਮਦਾਈ। ਸਤਿਗੁਰੂ ਆਪਣੇ ਮਹਿਲ ਦੇ ਅੰਦਰ ਪਲੰਗੇ ਤੇ ਬੈਠੇ ਹਨ। ਜਵਾਹਰ ਸਿੰਘ ਨੂੰ ਪੁੱਛਦੇ ਆ, ਕਾਹਦਾ ਰੌਲਾ ਪੈ ਗਿਆ ਭਾਈ। ਇਹੋ ਜਵਾਰ ਸਿੰਘ ਕਰ ਜੋਰਾ, ਪ੍ਰਭ ਜੀ ਪਿਓ ਮੋਰਚੇ ਸ਼ੋਰ। ਜਵਾਹਰ ਸਿੰਘ ਕਹਿਣ ਲੱਗਿਆ, ਮਹਾਰਾਜ ਤੁਰਕਾਂ ਦੇ ਮੋਰਚਿਆਂ ਵਿੱਚ ਸ਼ੋਰ ਪੈ ਰਿਹਾ ਹੈ। ਸ਼ੇਰ ਸਿੰਘ ਨਾਹਰ ਸਿੰਘ ਦੋਏ, ਮੰਤਰ ਕੀਨ ਮੋਰਚਾ ਡਿਗ ਹੋਈ। ਮਹਾਰਾਜ ਤੁਰਕਾਂ ਨੇ ਮੋਰਚੇ ਨੇੜੇ ਲਿਆਂਦੇ ਆਪਣੇ ਕਿਲਾ ਲੋਹਗੜ੍ਹ ਸਾਹਿਬ ਦੇ। ਇਹ ਕੋਸ਼ਿਸ਼ ਕਰਦੇ ਆ ਵੀ ਲੋਹਗੜ੍ਹ ਦਾ ਕਿਲਾ ਅਨੰਦਪੁਰ ਸਾਹਿਬ ਤੋਂ ਦੂਰ ਹੈ, ਆਪਾਂ ਇੱਧਰ ਦੀ ਨੇੜੇ ਵੜੀਏ। ਤੇ ਇਧਰੋਂ ਸ਼ੇਰ ਸਿੰਘ ਤੇ ਨਾਹਰ ਸਿੰਘ ਹੋਰਾਂ ਨੇ ਸਲਾਹ ਬਣਾਈ ਵੀ ਇਹਨਾਂ ਨੂੰ ਪਿੱਛੇ ਹਟਾਈਏ। ਸਗਰੇ ਸੁਖ ਤੇ ਤੁਰਕ ਨਿਹਾਰੇ, ਤੁਮਰੇ ਦਿਸ਼ ਤੇ ਡਰ ਉਰਤਾਰੇ। ਤੇ ਇਹਨਾਂ ਸਿੰਘਾਂ ਨੇ ਸਲਾਹ ਬਣਾਈ, ਵੈਸੇ ਤੁਹਾਡੇ ਤੋਂ ਡਰਦੇ ਵੀ ਸੀਗੇ ਵੀ ਜਦ ਗੁਰੂ ਸਾਹਿਬ ਨੂੰ ਪੁੱਛਿਆ ਤਾਂ ਹੈ ਨਹੀਂ ਆਪਾਂ, ਪਰ ਉਹਨਾਂ ਨੇ ਸਮਾਂ ਵੀ ਵਿਚਾਰਿਆ ਕਿ ਹੁਣ ਸਮਾਂ ਹੈ
ਤੁਰਕ ਜਿਹੜਾ ਹੈ ਆਲਸ ਵਿੱਚ ਹੈ, ਸੁੱਤਾ ਪਿਆ, ਦਾ ਬਣਿਆ ਹੈ। ਸ਼ੇਰ ਸਿੰਘ ਤਬ ਕਹਿਓ ਸੁਨਾਈ, ਹੱਥ ਜੋੜਾ ਮਲੇ ਬਖਸ਼ਾਈ। ਸ਼ੇਰ ਸਿੰਘ ਕਹਿਣ ਲੱਗਿਆ ਕੋਈ ਨਹੀਂ, ਤੜਕੇ ਮਹਾਰਾਜ ਤੋਂ ਮਾਫੀ ਮੰਗ ਲਵਾਂਗੇ ਆਪਾਂ। ਇਸ ਅੰਧਿਆਰੇ ਟਿਕ ਕਰ ਪਰੇ, ਚਰਮ ਧਰੇ ਖੱਗ ਨੰਗੇ ਕਰੇ। ਔਰ ਹਨੇਰੇ ਦੇ ਵਿੱਚ ਹੀ ਸਿੰਘਾਂ ਨੇ ਹੱਥਾਂ ਵਿੱਚ ਨੰਗੀਆਂ ਤਲਵਾਰਾਂ ਲੈ ਕੇ ਤੇ ਜਾਣਾ ਕੀਤਾ ਜੀ। ਕਟਿਆ ਕਰਤ ਪਏ ਤੁਰਕਾਨਾ, ਹਾਏ ਖੁਦਾਏ ਅਲਾਏ ਬਖਾਨਾ। ਔਰ ਇਹਨਾਂ ਨੇ ਚਾਣਚੱਕ ਹੀ ਬਾਜ ਦੀ ਨਿਆਈ ਹਮਲਾ ਕਰ ਦਿੱਤਾ ਤੇ ਕਈ ਤੁਰਕਾਂ ਨੂੰ ਵੱਢ ਦਿੱਤਾ ਤੇ ਉਹ ਹਾਏ ਹਾਏ ਅੱਲਾ ਅੱਲਾ ਕਰਕੇ ਰੌਲਾ ਪਾਉਣ ਲੱਗੇ। ਆਦੀ ਕਰੀ ਕਿਰਪਾਨ ਬਜਾਏ, ਬਹੁਤ ਹੈ ਕੋ ਕਾਈ ਚਰਾਏ। ਔਰ ਅੱਧੀ ਘੜੀ 10-12 ਮਿੰਟ ਉਹਨਾਂ ਨੇ ਤਲਵਾਰ ਚਲਾਈ ਆ। ਕੁਝ ਮਰ ਗਏ ਹੋਣਗੇ ਤੇ ਕੁਝ ਸ਼ਾਇਦ ਫੱਟੜ ਹੋ ਕੇ ਰੌਲਾ ਪਾਉਣ ਲੱਗੇ। ਕਤ ਮਾਚੇ ਕਾੜੇ ਦਿਖਾਂਗਾ, ਕਰਾ ਚੋਲ ਪੋ ਲੂਟ ਨਿਸੰਗਾ। ਔਰ ਇਸ ਤਰ੍ਹਾਂ ਸਿੰਘ ਜਿਹੜੇ ਕਿ ਉਹਨਾਂ ਨੇ ਘੇਰਾ ਪਾਇਆ ਹੋਇਆ, ਅੰਦਰ ਸਮਾਨ ਆਉਣ ਨਹੀਂ ਦਿੰਦੇ ਤੇ ਗੁਰੂ ਕੀਆਂ ਫੌਜਾਂ ਨੇ ਉਹਨਾਂ ਤੇ ਹਮਲਾ ਕੀਤਾ ਹੈ ਤੇ ਉਹਨਾਂ ਨੇ ਤਲਵਾਰਾਂ ਖੜਗਾ ਆਦਿ ਵੀ ਲੁੱਟ ਲਿਆਂਦੀਆਂ। ਜਬੇ ਮਤਾਬੀ ਜਰੇ ਮਸਾਲਾ, ਜਿਤ ਕਤ ਪਿਓ ਪ੍ਰਕਾਸ਼ ਵਿਸਾਲਾ। ਔਰ ਮਹਾਰਾਜ ਜਦੋਂ ਦਿਨ ਚੜ੍ਹਿਆ ਜਾਂ ਲਾਈਟਾਂ ਜਗੀਆਂ ਭਾਵ ਮਸ਼ਾਲਾਂ ਜਗਾਈਆਂ, ਆਏ ਆਪਣੇ ਦੁਰਗ ਸਮਾਏ, ਕਿਸ ਕੋ ਲੱਗੀ ਨਾ ਤਾਤੀ ਬਾਏ। ਸਿੰਘਾਂ ਨੇ ਤਾਂ ਹਨੇਰੇ ਦੇ ਵਿੱਚ ਹੀ ਹਮਲਾ ਕਰਕੇ ਆਪਣੇ ਕਿਲੇ ਵੱਲ ਆਉਣਾ ਕੀਤਾ, ਕਿਸੇ ਦੇ ਨਹੀਂ ਲੱਗੀ। ਤੁਰਤ ਫਤੇ ਕੋ ਦੁੱਧ ਬਬਾਜਾ, ਬਹੁਤਰ ਪਣ ਕੋ ਲੂਟ ਸਮਾਜਾ। ਔਰ ਤੁਰਤ ਹੀ ਤੁਰਕਾਂ ਦੇ ਉੱਤੇ ਹਮਲਾ ਕਰਕੇ ਸਿੰਘ ਸਹੀ ਸਲਾਮਤ ਵਾਪਸ ਆ ਗਏ। ਆਪ ਸਹਾਇ ਕਹਿਬ ਕਰਵਾਇਓ, ਮਾਰ ਖਾਲਸਾ ਉਰਹਿ ਖਾਇਓ। ਇਉਂ ਮਹਾਰਾਜ ਤੁਸੀਂ ਕਿਰਪਾ ਕੀਤੀ, ਖਾਲਸੇ ਨੂੰ ਬਲ ਬਖਸ਼ਿਆ ਤੇ ਤੁਰਕਾਂ ਤੇ ਹਮਲਾ ਹੋਇਆ। ਇਤਨੇ ਮੈਂ ਹੋਈ ਪੁਨ ਸਾਰਾ, ਸੋਚ ਇਸ਼ਨਾਨ ਗੁਰੂ ਤਨ ਧਾਰਾ। ਇਤਨੇ ਦਿਨ ਚੜ ਗਿਆ, ਸਾਰਿਆਂ ਨੇ ਇਸ਼ਨਾਨ ਕੀਤਾ, ਸਤਿਗੁਰਾਂ ਨੇ ਵੀ ਕੀਤਾ ਹੈ। ਦੋਨੋਂ ਜਥੇਦਾਰ ਬੁਲਵਾਏ, ਆਏ ਤਬੇ ਪੱਕ ਸੀਸ ਨਿਵਾਏ। ਔਰ ਤਿਆਰ ਪ੍ਰਤਿਆਰ ਹੋ ਕੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਜੀ ਵਿਰਾਜਮਾਨ ਹੋਏ। ਫਿਰ ਕਹਿੰਦੇ ਜਾਓ ਸ਼ੇਰ ਸਿੰਘ ਤੇ ਨਾਰ ਸਿੰਘ ਨੂੰ ਸੱਦ ਕੇ ਲਿਆਓ। ਪੈ ਪ੍ਰਸਾਦ ਦੇਖ ਗੋਸਾਈ, ਸਾਧ ਸਾਧ ਸਭਨ ਅਲਾਈ। ਔਰ ਸਤਿਗੁਰੂ ਪਾਤਸ਼ਾਹ ਨੇ ਉਹਨਾਂ ਨੂੰ ਕਿਹਾ ਵੀ ਸ਼ਾਬਾਸ਼ ਏ, ਵਾਕਿਆ ਹੀ ਦੁਸ਼ਮਣ ਨੂੰ ਉੱਤੇ ਨਹੀਂ ਚੜ੍ਹਨ ਦੇਣਾ ਚਾਹੀਦਾ, ਤੁਸੀਂ ਬਹੁਤ ਵਧੀਆ ਕੀਤਾ, ਦੁਸ਼ਮਣ ਨੂੰ ਸੋਧਾ ਲਾਇਆ, ਹੁਣੇ ਪਿੱਛੇ ਰਹੇਗਾ। ਇਸ ਵਿਦ ਹੀ ਮਾਰ ਨਿਰਪ ਬਨੈ, ਬੱਚੀ ਆਪ ਬਲ ਚਲਤੇ ਹਨ। ਆਪਣੇ ਆਪ ਨੂੰ ਬਚਾ ਕਰਕੇ ਦੁਸ਼ਮਣ ਨੂੰ ਏਦਾਂ ਹੀ ਮਾਰਨਾ ਚਾਹੀਏ। ਤੇਜੇ ਤੁਰਕਨ ਸਦਾ ਸਜਾਏ, ਰਾਜ ਤੇਜ ਇਨ ਦਿਓ ਖਪਾਏ। ਔਰ ਇਹਨਾਂ ਤੁਰਕਾਂ ਨੂੰ ਇਸੇ ਤਰ੍ਹਾਂ ਆਪਾਂ ਸਜ਼ਾ ਦੇਣੀ ਹੈ, ਇਹਨਾਂ ਦਾ ਰਾਜ ਤੇਜ ਪ੍ਰਤਾਪ ਸਭ ਖਤਮ ਕਰਨਾ ਹੈ। ਸਨੇ ਸਨੇ ਲਿਆਤਾ ਸ਼ਬਦ ਹੈ, ਨਹੀਂ ਨਗਾਰ ਬੰਦ ਕੋ ਰਹਿ। ਹੌਲੀ ਹੌਲੀ ਐਸਾ ਸਮਾਂ ਆਵੇਗਾ, ਇਹ ਖਾਤਮੇ ਵੱਲ ਚਲੇ ਜਾਣਗੇ। ਇੱਕ ਦਿਨ ਆਵੇਗਾ ਇਹਨਾਂ ਦਾ ਕੋਈ ਨਗਾਰਾ ਵਜਾਉਣ ਵਾਲਾ ਵੀ ਨਹੀਂ ਬਚੇਗਾ। ਕਿਰਪਤ ਬਨ ਹੈ ਤਬੇ ਅਦੀਨਾ, ਰਹੇ ਖਾਲਸਾ ਆਗੇ ਦੀਨਾ। ਅਖੀਰ ਇਹ ਪਹਾੜੀ ਰਾਜੇ ਜਿਹੜੇ ਅੱਜ ਉਹਨਾਂ ਮੁਗਲਾਂ ਨੂੰ ਸੱਦ ਕੇ ਲਿਆਏ ਆ ਸਾਨੂੰ ਘੇਰਾ ਪਾਉਣ ਵਾਸਤੇ, ਇਹ ਪਹਾੜੀਏ ਵੀ ਇੱਕ ਦਿਨ ਨਾ ਮੰਗਤੇ ਬਣ ਜਾਣਗੇ, ਨਿਮਾਣੇ ਹੋ ਜਾਣਗੇ। ਇਹਨਾਂ ਨੂੰ ਖਾਲਸੇ ਕੋਲੋਂ ਸੁੱਖਾਂ ਦੇ ਕੋਲੋਂ ਮੰਗ ਕੇ ਖਾਣਾ ਪੈਣਾ। ਜਿਹੜੇ ਅੱਜ ਸਾਡੇ ਤੇ ਚੜ੍ਹਾਈ ਕਰਕੇ ਮੁਗਲਾਂ ਦੀ ਫੌਜ ਲੈ ਕੇ ਆਏ ਆ ਸਿੰਘੋ, ਇੱਕ ਸਮਾਂ ਆਵੇਗਾ ਇਹ ਖਾਲਸੇ ਦੇ ਅੱਗੇ ਨਿਮਾਣੇ ਹੋ ਕੇ ਮੰਗਣਗੇ। ਜਿਵੇਂ ਅੱਜ ਪਹਾੜੀਏ ਬਹੁਤ ਸਾਰੇ ਪੰਜਾਬ ਦੇ ਵੱਲ ਆਉਂਦੇ ਆ ਆਪਣੀ ਰੋਜੀ ਰੋਟੀ ਕਮਾਉਣ ਵਾਸਤੇ, ਪਾਤਸ਼ਾਹ ਕਹਿੰਦੇ ਇੱਕ ਦਿਨ ਐਸਾ ਸਮਾਂ ਆਵੇਗਾ। ਇਮ ਕਹਿ ਕਰ ਬਰ ਸਤਿਗੁਰ ਪੂਰੇ, ਸਿਰੋ ਪਾਏ ਮਗਵਾਏ ਸਰੂਰੇ। ਇਉਂ ਸਤਿਗੁਰਾਂ ਨੇ ਸਿੰਘਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਵਰ ਦਿੱਤੇ ਔਰ ਨਾਲੇ ਸਿਰੋਪੇ ਦਿੱਤੇ ਹਨ। ਬਖਸ਼ੇ ਜਥੇਦਾਰ ਜੀ ਦੋਏ, ਸ਼ੇਰ ਸਿੰਘ ਨਾਰ ਸਿੰਘ ਸੋਏ। ਇਉਂ ਸ਼ੇਰ ਸਿੰਘ ਤੇ ਨਾਰ ਸਿੰਘ ਨੂੰ ਸ਼ਾਬਾਸ਼ੇ ਦਿੱਤੀ, ਸਿਰੋਪੇ ਦਿੱਤੇ, ਬਖਸ਼ਾਂ ਕੀਤੀਆਂ। ਸਭ ਸਿੰਘਨ ਕੋ ਹੁਕਮ ਬਖਾਨਾ, ਪੁਰੋ ਕਾਮਨਾ ਮਨ ਕੀ ਨਾਨਾ। ਇਸ ਤਰ੍ਹਾਂ ਦੂਸਰੇ ਸਿੰਘ ਵੀ ਜੋ ਗਏ ਸੀ ਨਾਲ, ਉਹਨਾਂ ਨੂੰ ਪੁੱਛਿਆ ਹਾਂ ਵੀ ਤੁਹਾਨੂੰ ਕੀ ਚਾਹੀਦਾ, ਤੁਸੀਂ ਵੀ ਦੱਸੋ। ਸਭ ਪਰ ਖੁਸ਼ੀ ਕਰੀ ਹਰ ਖਾਏ, ਗਏ ਆਪ ਗੜ ਦੇਖਨ
ਖਾਏ। ਸਾਰਿਆਂ ਤੇ ਖੁਸ਼ੀਆਂ ਬਖਸ਼ੀਆਂ। ਫਿਰ ਦਿਨ ਚੜ ਗਿਆ ਕਾਫੀ ਤੇ ਪਾਤਸ਼ਾਹ ਜੀ ਆਪ ਲੋਹਗੜ੍ਹ ਦੇ ਕਿਲੇ ਵੱਲ ਦੇਖਣ ਗਏ ਹਨ। ਸਰਬ ਪ੍ਰਕਾਰ ਕਰੀ ਤ ਕਰਾਏ, ਗੁਲਕਾ ਅਰ ਬਰੂਦ ਸਮਦਾਏ। ਔਰ ਪਾਤਸ਼ਾਹ ਜੀ ਸਾਰੀ ਤਿਆਰੀ ਦੇਖਣ ਵਾਸਤੇ ਗਏ ਆ। ਲੋਹਗੜ੍ਹ ਵਾਲੇ ਪਾਸੇ ਵੀ ਸਿੰਘਾਂ ਨੇ ਵਧੀਆ ਤਕੜਾਈ ਕਰਕੇ ਰੱਖੀ ਹੈ। ਗੋਲੀ ਛਿੱਕਾ ਬਰੂਦ ਸਭ ਸ਼ਸਤਰ ਵਸਤਰ ਤਿਆਰ ਰੱਖੇ ਹਨ। ਔਰ ਸਭਾ ਮੇ ਆਨ ਬਿਰਾਜੇ, ਜਿਨ ਦੇਖਤਾ ਗਜੈ ਬਾਜੇ। ਔਰ ਫਿਰ ਸਤਿਗੁਰੂ ਪਾਤਸ਼ਾਹ ਜੀ ਚੱਕਰ ਲਾ ਕੇ ਲੋਹਗੜ੍ਹ ਦੇ ਕਿਲੇ ਵੱਲ ਵਾਪਸ ਆਨੰਦਗੜ੍ਹ ਦੇ ਕਿਲੇ 'ਚ ਆ ਗਏ ਔਰ ਆਪਣੇ ਆਸਣ ਤੇ ਬਿਰਾਜਮਾਨ ਹੋ ਗਏ ਜੀ। ਸੁੰਦਰ ਸੂਰਤ ਮੋਤ ਮਨ ਕੋ, ਸਾਬਤ ਸਿੱਖ ਰਹੇ ਤਨ ਤਿਨ ਕੋ। ਔਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਜਿਨ੍ਹਾਂ ਦੀ ਸੁੰਦਰ ਸਰੂਪ ਮਨ ਨੂੰ ਮੋਹਣ ਵਾਲੀ ਸੂਰਤ, ਜਿਸ ਨੂੰ ਦੇਖ ਕਰਕੇ ਸਿੱਖ ਜਿਹੜੇ ਬਲਿਹਾਰੇ ਜਾਂਦੇ ਹਨ, ਧੰਨ ਧੰਨ ਕਰਦੇ ਹਨ। ਦੋਹਰਾ ਸ਼ੇਰ ਸਿੰਘ ਜੋਧਾ ਮਹਾ, ਨਾਰ ਸਿੰਘ ਤੇ ਆਦ। ਇਸ ਤਰ੍ਹਾਂ ਗੁਰੂ ਪਿਆਰਿਓ ਸਤਿਗੁਰੂ ਪਾਤਸ਼ਾਹ ਵੀ ਉਹਨਾਂ ਸਿੰਘਾਂ ਤੋਂ ਬਲਿਹਾਰੇ ਜਾਂਦੇ ਹਨ, ਜਿਵੇਂ ਉਹਨਾਂ ਦੇ ਬਚਨ ਵੀ ਹੈ ਉਹਨਾਂ ਦੀ ਬਾਣੀ ਵਿੱਚ, ਰਹਿਣੀ ਰਹੇ ਸੋਈ ਸਿੱਖ ਮੇਰਾ, ਸੋ ਸਹਿਬ ਮੈਂ ਤਿਸਕਾ ਚੇਰਾ। ਰਹਿਤ ਬਿਨਾ ਨਾ ਸਿੱਖ ਕਹਾਵੈ, ਰਹਿਤ ਬਿਨਾ ਦਰ ਚੋਟਾਂ ਖਾਵੈ, ਰਹਿਤ ਬਿਨਾ ਨਾ ਸਿੱਝੈ ਕੋਈ, ਤਾਂ ਤੇ ਰਹਿਤ ਸੋ ਜੜ ਕਰ ਹੋਈ। ਇਸ ਕਰਕੇ ਸਿੰਘੋ ਮੈਨੂੰ ਸਾਬਤ ਸੂਰਤ ਰਹਿਤ ਵਹਿਤ ਵਾਲਾ ਸਿੰਘ ਜਿਹੜਾ ਹੈ ਉਹ ਬਹੁਤ ਵਧੀਆ ਲੱਗਦਾ ਜੀ। ਦੋਹਰਾ ਸ਼ੇਰ ਸਿੰਘ ਜੋਧਾ ਮਹਾ, ਨਾਰ ਸਿੰਘ ਤੇ ਆਦ। ਤਾਂ ਭਾਈ ਸਾਹਿਬ ਜੀ ਅਗਲਾ ਅਧਿਆਇਆ ਆਰੰਭ ਕਰਦੇ ਹਨ 17ਵਾਂ। ਤਾਂ ਗੁਰੂ ਪਿਆਰਿਓ ਕੀ ਬਖਸ਼ਿਸ਼ ਕਰਦੇ ਹੈ 6ਵੀਂ ਰੁੱਤ ਅਧਿਆਇਆ 17ਵਾਂ, ਸ਼ੇਰ ਸਿੰਘ ਅਤੇ ਨਾਹਰ ਸਿੰਘ ਜੋਧੇ। ਸਭਨ ਸਿੰਘ ਮਨ ਕਾਮਨਾ, ਦਈ ਕਰੇ ਅਹਿਲਾਦ। ਇਹਨਾਂ ਜੋਧਿਆਂ ਦੇ ਸਮੇਤ ਦੂਸਰੇ ਸਿੰਘਾਂ ਤੇ ਵੀ ਸਤਿਗੁਰਾਂ ਨੇ ਬੜੇ ਖੁਸ਼ੇ ਬਖਸ਼ੇ ਹਨ। ਲਲਿਤ ਪਦ ਛੰਦ, ਦੇਵਨ ਕੋਪੀ ਦੁਰਲਭ ਦੀਰਘਾ, ਚਾਰ ਪਦਾਰਥ ਦੀਨੇ। ਔਰ ਸਤਿਗੁਰ ਦੇ ਘਰ ਵਿੱਚ ਕਿਹੜੀ ਵਸਤੂ ਨਹੀਂ ਹੈ ਜਿਹੜੀਆਂ ਦੁਨੀਆ ਵਿੱਚ ਨਹੀਂ ਮਿਲਦੀਆਂ, ਉਹ ਵੀ ਇੱਥੇ ਮਿਲਦੀਆਂ। ਦੁਰਲਭ ਚਾਰ ਪਦਾਰਥ ਜੇ ਕੋ ਮੰਗੇ, ਸਾਰ ਜਨਾਂ ਕੀ ਸੇਵਾ ਲਾਗੇ। ਉਹ ਵਸਤੂਆਂ ਵੀ ਗੁਰੂ ਦੇ ਚਰਨਾਂ ਵਿੱਚੋਂ ਸਿੱਖਾਂ ਨੂੰ ਬਖਸ਼ੀਆਂ ਜਾਂਦੀਆਂ। ਅੰਤ ਸਮੇਂ ਦੇ ਆਪਨ ਸਮੀਪਾ, ਮਾ ਕਿਰਤਾਰਥ ਕੀਨੇ। ਔਰ ਅੰਤ ਸਮਾਂ ਜਦ ਆਉਂਦਾ ਹੈ ਸਿੱਖ ਦਾ, ਸਿੰਘ ਦਾ, ਕਿਰਤਾਰਥ ਕਰਕੇ ਭਾਵ ਉਹਦਾ ਜੀਵਨ ਸਫਲਾ ਕਰਕੇ ਉਹਨੂੰ ਆਪਣੇ ਵਿੱਚ ਮਿਲਾਉਂਦੇ ਹਨ। ਆਨ ਤਾਨ ਪ੍ਰਤ ਮੁਰਚਨ ਮਾਹੀ, ਕਰੇ ਸਿੰਘ ਸਬਦਾਨਾ। ਇਉਂ ਸਤਿਗੁਰਾਂ ਦੀਆਂ ਬੜੀਆਂ ਖੁਸ਼ੀਆਂ ਤੇ ਸਿੰਘਾਂ ਨੂੰ ਵੀ ਸਤਿਗੁਰਾਂ ਦੇ ਵਚਨ ਸੁਣ ਕੇ, ਹੁਕਮ ਸੁਣ ਕੇ ਚਾਹ ਚੜ੍ਹ ਜਾਂਦਾ ਹੈ। ਗੁਰੂ ਪਿਆਰਿਓ ਜਦੋਂ ਗੁਰੂ ਪਾਤਸ਼ਾਹ ਕੇ ਸਿੰਘ ਦੀ ਡਿਊਟੀ ਲਾਉਂਦੇ ਆ ਤੇ ਐ ਚਾਹ ਚੜ੍ਹ ਜਾਂਦਾ। ਜੇ ਬਚਿੱਤਰ ਸਿੰਘ ਨੂੰ ਕਿਹਾ, ਬਚਿੱਤਰ ਸਿਆ ਕੋਈ ਗੱਲ ਨਹੀਂ, ਕੀ ਹੋ ਗਿਆ, ਆਪਣਾ ਹਾਥੀ ਭੱਜ ਗਿਆ, ਸ਼ੇਰ ਵੀ ਜੰਗ ਕਰ ਲੈਂਦੇ ਹਾਥੀਆਂ ਨਾਲ, ਤੂੰ ਮੇਰਾ ਸ਼ੇਰ ਆ ਸ਼ੇਰ। ਹੱਥ ਬਣ ਕੇ ਖੜਾ ਹੋ ਗਿਆ ਨੀਵੀਂ ਪਾ ਕੇ। ਪਾਤਸ਼ਾਹ ਕਹਿੰਦੇ ਤੂੰ ਹਾਥੀ ਮੋੜਨਾ, ਸਤ ਬਚਨ ਜੀ ਕਿਰਪਾ ਕਰਿਓ ਤੁਸੀਂ। ਤੇ ਪਾਤਸ਼ਾਹ ਨੇ ਨਾਗਣੀ ਫੜਾਈ ਤੇ ਫਿਰ ਵਾਕਿਆ ਹੀ ਭਾਈ ਬਚਿੱਤਰ ਸਿੰਘ ਦੇ ਅੰਦਰ ਗੁਰੂ ਦੀ ਸ਼ਕਤੀ ਵਰਤੀ ਹੈ। ਉਹ ਨਾਗਣੀ ਜਿਹੜੀ ਮੱਥੇ ਤੇ ਬੰਨੇ ਲੋਹੇ ਦੇ ਤਵੇ ਨੂੰ ਚੀਰਦੀ ਹੋਈ, ਹਾਥੀ ਦੇ ਮੱਥੇ ਦੀ ਹੱਡੀ ਵੀ ਐਡੀ ਮੋਟੀ ਹੁੰਦੀ ਆ, ਉਹਨੂੰ ਭੰਨਦੀ ਹੋਈ ਉਹਦੇ ਵਿੱਚ ਜਾ ਧਸੀ ਔਰ ਘੁਮਾ ਕੇ ਉਹ ਨਾਗਣੀ ਬਾਹਰ ਕੱਢੀ ਆ। ਤੇ ਹਾਥੀ ਦੀ ਸੁੱਧ ਬੁੱਧ ਭੁੱਲ ਗਈ ਆ। ਹਾਥੀ ਨੂੰ ਪਿਆਈ ਹੋਈ ਸ਼ਰਾਬ ਦਾ ਨਸ਼ਾ ਵੀ ਲੈ ਗਿਆ ਗੁਰੂ ਪਿਆਰਿਓ। ਤੇ ਹਾਥੀ ਗੁਰੂ ਪਿਆਰਿਓ ਸਿਰ ਮਾਰਦਾ ਹੋਇਆ ਮਾਨੋ ਜਿਵੇਂ ਆਨੰਦਗੜ੍ਹ ਦੇ ਕਿਲੇ ਨੂੰ ਮੱਥੇ ਟੇਕਦਾ, ਪੁੱਠਾ ਮੁੜਦਾ ਹੈ। ਪਰ ਅੰਦਰ ਦਰਦ ਬਹੁਤ ਹੋ ਰਿਹਾ ਹੈ, ਖੂਨ ਦੀ ਤਤੀਰੀ ਵਗ ਰਹੀ ਹੈ ਤੇ ਸੁੰਡ ਨਾਲ ਬੰਨੀ ਹੋਈ ਤਲਵਾਰ ਨੂੰ ਦਰਦ ਦੇ ਕਾਰਨ ਜ਼ੋਰ ਨਾਲ ਚਲਾਉਂਦਾ ਹੈ। ਜਦ ਪੁੱਠਾ ਮੁੜਿਆ ਤੇ ਜਿਹੜੀ ਮਗਰ ਫੌਜ ਆ ਰਹੀ ਸੀ, ਵੀ ਜਦੋਂ ਹੀ ਇਹ ਹਾਥੀ ਕਿਲੇ ਦੇ ਵਿੱਚ ਵੜ ਗਿਆ, ਗੇਟ ਭੰਨ ਕੇ ਅਸੀਂ ਕਬਜ਼ਾ ਕਰਕੇ ਸਿੰਘਾਂ ਨੂੰ ਦਬੋਚ ਲਵਾਂਗੇ। ਪਰ ਨਰ ਚਾਹਤ ਕਛ ਔਰ ਹੈ ਕੀ ਔਰ ਹੈ ਪਈ, ਚਿੱਤ ਬਤਰੇ ਉੱਠ ਗੌਰ, ਨਾਨਕ ਫਾਂਸੀ ਗਲ ਪਰੀ। ਹਾਥੀ ਮੁੜਿਆ, ਪਰ ਉਸ ਤੋਂ ਪਹਿਲਾਂ ਬਚਿੱਤਰ ਸਿੰਘ ਦੇ ਭਾਈ ਉਦੇ ਸਿੰਘ ਦੀ ਵੀ ਤਿਆਰੀ ਸੀ। ਉਹ ਵੀ ਘੋੜੇ 'ਤੇ ਬੈਠੇ ਆਪਣੇ 'ਤੇ, ਔਰ ਉਸ ਨੇ ਹੱਥ ਵਿੱਚ ਤਲਵਾਰ ਫੜੀ ਹੋਈ ਹੈ। ਤੇ ਉਸ ਨੇ ਕੀ ਕੀਤਾ, ਮੁੜਦੇ ਹੋਏ ਹਾਥੀ ਦੇ ਉੱਤੇ ਬੈਠੇ ਕੇਸਰੀ ਚੰਦ ਦਾ ਸਿਰ ਲਾ ਲਿਆ ਤੇ ਬਰਛੇ 'ਤੇ ਟੰਗ ਕੇ ਉਹਨੂੰ ਅੰਦਰ ਲਿਆਂਦਾ। ਕਹੋ ਸਤਿਨਾਮ। ਬਸ ਫਿਰ ਲੋਥ ਉਹਦੀ ਹਾਥੀ ਉੱਤੇ ਚਲੀ ਗਈ ਤੇ ਹਾਥੀ ਮੁੜਦਾ ਹੋਇਆ, ਬੇਮੁਹਾਰਾ ਹੋਇਆ, ਬਿਨਾਂ ਕੰਟਰੋਲ ਤੋਂ, ਬਿਨਾਂ ਕੁੰਡੇ ਤੋਂ, ਫਿਰ ਬੇਅੰਤ ਹੀ ਇਹਨਾਂ ਪਹਾੜੀਆਂ ਤੇ ਤੁਰਕਾਂ ਦੀ ਫੌਜ
ਲੜਨੀ ਸ਼ੁਰੂ ਕੀਤੀ। ਇਸ ਕਰਕੇ ਗੁਰੂ ਦਾ ਜਿਹੜਾ ਨਾ ਦਰਸ਼ਨ ਤੇ ਗੁਰੂ ਦੇ ਬਚਨ ਤੇ ਗੁਰੂ ਦੇ ਮੁਖ ਦੀ ਮੁਸਕਰਾਹਟ ਹੀ ਦੇਖ ਕੇ ਸਿੰਘਾਂ ਨੂੰ ਚਾਅ ਚੜ੍ਹ ਜਾਂਦਾ ਹੈ। ਮੇਰੇ ਭਾਈ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਕੋਨ ਸਮੀਪ ਨਾ ਦੀਜੇ ਦੁਰਜਨ ਸ਼ਾਸਤਰਨ ਦੀ ਕਰਹਾਨਾ। ਔਰ ਸਤਿਗੁਰੂ ਪਾਤਸ਼ਾਹ ਜੀ ਸਾਰਿਆਂ ਨੂੰ ਦੇਖਦੇ ਫਿਰਦੇ ਆ, ਅਸੀਸਾਂ ਦਿੰਦੇ ਆ, ਵਰ ਦਿੰਦੇ ਆ, ਬਖਸ਼ਾਂ ਕਰਦੇ ਆ, ਸਾਵਧਾਨ ਕਰਦੇ ਹਨ। ਔਰ ਨਾਲੇ ਕਹਿੰਦੇ ਆ ਦੁਸ਼ਮਣ ਨੂੰ ਨੇੜੇ ਨਹੀਂ ਆਉਣ ਦੇਣਾ, ਸ਼ਾਸਤਰ ਸੰਭਾਲ ਕੇ ਰੱਖਣਾ ਹੈ। ਬਿਨਾ ਤਰਾ ਸਿੱਖ ਗੁਰ ਕੀ ਆਸਾ ਸਿੰਘ ਸੁਚਿਤ ਰਹੰਤੇ। ਇਸ ਤਰ੍ਹਾਂ ਸਿੰਘਾਂ ਦੇ ਅੰਦਰ ਜਿਹੜਾ ਉਹ ਜੋਸ਼ ਹੈ ਨਾ, ਮੇਰਾ ਖਿਆਲ ਹੈ ਕੋਈ ਉਸ ਨੂੰ ਬਿਆਨ ਵੀ ਨਹੀਂ ਕਰ ਸਕਦਾ ਕਿੰਨਾ ਹੋਵੇਗਾ। ਕੋਈ ਸਤਨਾਮ ਲਿਖ ਦਿੱਤਾ ਹੈ ਪਰ ਬਿਆਨ ਨਹੀਂ ਕੀਤਾ ਜਾ ਸਕਦਾ ਕਿੰਨਾ ਚਾਹੋ ਜਲਾਲ ਜੋਸ਼ ਉਹਨਾਂ ਸਿੰਘਾਂ ਅੰਦਰ ਹੋਵੇਗਾ। ਕਚੀਚੀਆਂ ਲੈਂਦੇ ਆ ਤੁਰਕਾਂ ਤੇ, ਜਿਹੜਾ ਬਚਨ 10ਵੇਂ ਪਾਤਸ਼ਾਹ ਨੇ ਕਿਹਾ ਸਵਾ ਲੱਖ ਸੇ ਏਕ ਲੜਾਊਂ ਤਵੇ ਗੋਬਿੰਦ ਸਿੰਘ ਨਾਮ ਕਹਾਊਂ, ਉਹ ਜੋਸ਼ ਸਿੰਘਾਂ ਦੇ ਵਿੱਚ ਭਰਿਆ ਹੋਇਆ ਗੁਰੂ ਪਿਆਰਿਓ। ਤਾਂ ਭਾਈ ਸਾਹਿਬ ਜੀ ਲਿਖਣਾ ਕਰਦੇ ਹਨ ਕਿ ਕੋਈ ਡਰ ਨਹੀਂ ਉਹਨਾਂ ਨੂੰ ਮੌਤ ਦਾ ਵੀ, ਇੱਕ ਗੁਰੂ ਦੇ ਉੱਤੇ ਉਹਨਾਂ ਦਾ ਗੁਰੂ ਪਿਆਰਿਓ ਭਰੋਸਾ ਹੈ। ਦੁਸ਼ਟ ਸਮੀਪੀ ਹੋਣ ਨਾ ਪਾਵੈ ਲੱਖੋ ਗਿਰਦ ਪਰਮੰਤੇ। ਭਾਵੇਂ ਲੱਖਾਂ ਦੀ ਗਿਣਤੀ ਦੇ ਵਿੱਚ ਗੁਰੂ ਪਿਆਰਿਓ ਦੁਸ਼ਮਣ ਕਿਲਿਆਂ ਦੇ ਆਸੇ-ਪਾਸੇ ਫਿਰਦੇ ਐ ਪਰ ਕਿਲੇ ਦੇ ਨੇੜੇ ਨਹੀਂ ਆ ਸਕਦੇ, ਡਰਦੇ ਬਹੁਤ ਆ। ਸੂਬੇ ਦੋਨੋਂ ਮਿਲ ਬੈਠੇ ਭੀਮ ਚੰਦ ਟਿਕ ਆਇਓ। ਹੁਣ ਜਦੋਂ ਇਹਨਾਂ ਨੇ ਦਿਨ ਚੜ੍ਹੇ ਤੇ ਹਾਲ ਵੇਖਿਆ, ਜਿਹੜੇ ਪਾਸੇ ਲੋਹਗੜ੍ਹ ਦੇ ਕਿਲੇ ਵੱਲ ਸਿੰਘ 5-7 ਬੈਰੀਆਂ ਨੂੰ ਵੱਢ ਕੇ ਆਏ ਸੀ ਤੇ ਮੁੜ ਕੇ ਉਹਨਾਂ ਨੇ ਆਪਦੇ ਕਿੰਨੇ ਵੱਢ ਲਏ। ਦਿਨ ਚੜ੍ਹਿਆ ਤੇ ਪਤਾ ਲੱਗਿਆ ਵੀ ਇੰਨੇ ਵੱਢੇ ਗਏ, ਇਹ ਇੰਨੇ ਕਿਵੇਂ ਵੱਢੇ ਗਏ। ਤਾਂ ਹੁਣ ਦੋਨੇ ਸੂਬੇਦਾਰ ਭੀਮ ਚੰਦ ਪਹਾੜੀਆ ਰਾਜੇ ਹੰਡੂਰੀਆ ਆਦਿ ਕਹਿਲੂਰੀਆ ਇਹ ਸਾਰੇ ਮਿਲ ਕੇ ਮੀਟਿੰਗ ਕਰਦੇ ਆ। ਕਿਰਪਤੇ ਅਪਰ ਹੰਡੂਰੀਆ ਤਿਕਾ ਮਿਲਿਆ ਨਿਕ ਥਾਇਓ। ਇੱਕ ਥਾਂ ਤੇ ਇਕੱਠੇ ਹੋ ਕੇ ਬੈਠੇ ਹਨ। ਤੁਰਕਮੋ ਸਾਹਿਬ ਸਿਆਣੇ ਮੁਖ ਜੋ ਬੈਠੇ ਸਰਬ ਸਭਾ ਮੈਂ। ਔਰ ਇਹਨਾਂ ਦੇ ਮੁਸਾਹਿਬ ਹੁੰਦੇ ਆ ਜਰਨੈਲ ਵਜ਼ੀਰ ਜਿਹੜੇ ਹੁਣ ਇਹਨਾਂ ਦੇ ਸਿਆਣੇ ਬੰਦੇ, ਉਹ ਵੀ ਸਾਰੇ ਇਕੱਠੇ ਕਰ ਲਏ। ਸ਼ੋਕ ਪਰਾਜੇ ਤੇ ਚਿਤ ਉਪਜੋ ਤਜ ਉਤਸਾਹ ਤਮਾਮੈ। ਇਹਨਾਂ ਦੇ ਅੰਦਰ ਕੋਈ ਉਤਸ਼ਾਹ ਨਹੀਂ ਹੈ। ਰਾਤ ਨੂੰ ਅੱਧੀ ਰਾਤ ਨੂੰ ਚਾਨਚੱਕ ਆਪਦੀ ਫੌਜ ਆਪੇ ਮਾਰ ਲਈ ਆ। ਇਹਨਾਂ ਨੂੰ ਲੜਨ ਦਾ ਕੋਈ ਚਾਅ ਨਹੀਂ ਹੈਗਾ। ਇਹਨਾਂ ਤੋਂ ਕੋਈ ਬਹਾਨਾ ਮਿਲੇ ਕਿਤੇ ਉਹ ਰੰਗ ਜੇ ਪਿੱਛੇ ਸੱਦ ਲਵੇ ਤੇ ਭੱਜੇ ਜਾਣ ਵੀ, ਚੱਲ ਯਾਰ ਛੱਡ ਖਹਿੜਾ ਛੱਡ, ਇਹ ਨਹੀਂ ਜਿੱਥੇ ਆ ਜਾਂਦਾ ਕੋਈ ਸਤ। ਪਰ ਪਿੱਛੇ ਮੁੜਨ ਦਾ ਵੀ ਬਹਾਨਾ ਨਹੀਂ ਕਿ ਉਹ ਰੰਗੇ ਨੇ ਕਿਹਾ ਹੋਇਆ ਜਾ ਕੇ ਚੜ੍ਹਾਈ ਕਰੋ, ਪਰ ਅੱਗੋਂ ਫਸੇ ਹੋਏ ਬੈਠੇ ਨਾ, ਕਿਲੇ ਦੇ ਨੇੜੇ ਜਾ ਨਹੀਂ ਸਕਦੇ ਸਿੰਘ ਜਿਹੜੇ ਡੱਕਰੇ ਕਰਦੇ ਆ ਵੱਢ ਵੱਢ ਕੇ। ਇਸ ਕਰਕੇ ਗੁਰੂ ਪਿਆਰਿਓ ਇਹ ਸਾਰੇ ਬੈਠ ਕੇ ਸਲਾਹਾਂ ਕਰਦੇ ਨੇ। ਸ਼ੌਕ ਪਰਾਜੈ ਤੇ ਅੱਜ ਫੇਰ ਇਹ ਹਾਰ ਗਏ, ਚਿੱਤ ਉਪਜਿਓ ਉਤਸ਼ਾਹ ਤਮਾਮੈ। ਜਿਹੜਾ ਉਤਸ਼ਾਹ ਸੀ ਲੜਾਈ ਦਾ ਖਤਮ ਹੋ ਗਿਆ। ਬਾਜ ਬਾਜੇ ਜੇ ਮੁਰਚੇ ਮੈਂ ਤੇ ਸੋ ਤਤਕਾਲ ਬੁਲਾਏ। ਜਿਹੜੇ ਉਸ ਵੇਲੇ ਉਹ ਜੰਗ ਦੇ ਵਿੱਚ ਸੀਗੇ, ਉਹ ਸੀਨ ਜਿਨ੍ਹਾਂ ਨੇ ਦੇਖਿਆ ਸੀਗਾ ਜਿੱਥੇ ਕਿ ਸਿੰਘਾਂ ਨੇ ਲੋਹਗੜ੍ਹ ਵਾਲੇ ਪਾਸੇ ਹਮਲਾ ਕੀਤਾ ਸੀਗਾ, ਤੇ ਜਿਨ੍ਹਾਂ ਨੇ ਉਹ ਸੀਨ ਵੇਖਿਆ ਸੀ, ਜਿਹੜੇ ਬਚ ਗਏ ਸੀ ਉਹਨਾਂ ਮੋਰਚਿਆਂ ਚੋਂ ਭੱਜ ਕੇ, ਉਹਨਾਂ ਨੂੰ ਵੀ ਸੱਦਿਆ। ਕਾਹਨ ਲੱਗੇ ਦੁਰਿਆਪਤ ਦਿਨ ਕੀ ਕਿਸ ਵਿਦ ਦੁਸ਼ਮਣ ਆਏ। ਹੁਣ ਉਹਨਾਂ ਨੂੰ ਪੁੱਛਦੇ ਆ ਵਜੀਦੇ ਵਰਗੇ, ਵੀ ਹਾਂ ਵੀ ਦੱਸੋ ਦੁਸ਼ਮਣ ਨੇ ਕਿਵੇਂ ਹਮਲਾ ਕੀਤਾ। ਕਿਵੇਂ ਆਲਸ ਬੋ ਕਰੇ ਦਬਾਵਨਾ ਕਾਬਲ ਐਬ ਕਰ ਸੋਈ। ਔਰ ਤੁਸੀਂ ਕਿਉਂ ਆਲਸੀ ਹੋਏ, ਤੁਸੀਂ ਕਿਉਂ ਸੁੱਤੇ, ਤੁਸੀਂ ਜਾ ਕੇ ਪਹਿਰਾ ਕਿਉਂ ਨਾ ਦਿੱਤਾ। ਭਈ ਬਰਾਜੇ ਸੁਭ ਕੀ ਹਮ ਕੋ ਜੈ ਕੇ ਸੁਨ ਸਭ ਕੋਏ। ਔਰ ਤੁਹਾਡੀ ਆਲਸ ਕਰਕੇ ਸਾਡੀ ਅੱਜ ਹਾਰ ਹੋਈ ਆ। ਉਹਨਾਂ ਦੁਸ਼ਮਣਾਂ ਨੇ ਸਾਡੇ ਤੇ ਹਮਲਾ ਕੀਤਾ ਹੈ ਤੇ ਅਸੀਂ ਹਾਰ ਗਏ ਹਾਂ। ਕਹਿਤ ਪਈ ਸਭ ਸੁਨ ਨਵਾਬ ਜੀ ਰਖੀ ਕਣੀ ਤਕਰਾਈ। ਔਰ ਨਾਲੇ ਕਹਿੰਦੇ ਜਿਹੜਾ ਸੁਣੂਗਾ ਸਾਨੂੰ ਨਿਕੰਮੇ ਕਹੂਗਾ। ਤੁਸੀਂ ਨਿਗਾਹ ਨਹੀਂ ਰੱਖ ਸਕਦੇ ਸੀਗੇ? ਤੁਹਾਨੂੰ ਕੀ ਪਤਾ ਸਿੱਖਾਂ ਦਾ ਕਿਹੜੇ ਵੇਲੇ ਆ ਜਾਵੇ। ਆ ਕਈ ਮੂਰਖ ਲੋਕ ਕਹਿ ਦਿੰਦੇ ਆ ਸਿੱਖਾਂ ਦੇ 12 ਵੱਜ ਗਏ, ਉਹਨਾਂ ਨੂੰ ਇਹ ਨਹੀਂ ਪਤਾ ਵੀ ਉਹ 12 ਵੱਜਣ ਦਾ ਕਾਰਨ ਕੀ ਸੀ। ਕਹੋ ਸਤਨਾਮ। ਜਿਸ ਵੇਲੇ ਅਹਿਮਦ ਸ਼ਾਹ ਅਬਦਾਲੀ 16-17 ਵਾਰੀ ਇਸ ਭਾਰਤ ਵਿੱਚ ਆਇਆ, ਇਸ ਪਾਸਿਓਂ ਅਰਬਸਤਾਨ ਵਾਲੇ ਪਾਸਿਓਂ, ਪਾਕਿਸਤਾਨ ਵਾਲੇ ਪਾਸਿਓਂ ਆਇਆ, ਤੇ 16-17 ਵਾਰੀ ਇਹ ਭਾਰਤ ਦਾ ਖਜ਼ਾਨਾ ਜੋ ਮੰਦਿਰਾਂ ਦੇ ਵਿੱਚ ਥੋਥੀਆਂ ਮੂਰਤੀਆਂ ਬਣਾਈਆਂ ਸੀ, ਉਹਨਾਂ ਵਿੱਚ ਹੀਰੇ ਜਵਾਹਰ ਸੋਨਾ ਭਰ ਕੇ ਬ੍ਰਹਮਾ ਨੇ ਰੱਖਿਆ ਹੋਇਆ ਸੀ ਪੁਜਾਰੀਆਂ ਨੇ।
ਇੱਕ ਵਾਰੀ ਲੁੱਟ ਪਾਉਂਦੇ ਆ, ਉਹਨਾਂ ਨੂੰ ਕਿਤੇ ਮੂਰਤੀ ਟੁੱਟ ਗਈ ਤੇ ਵਿੱਚੋਂ ਖਜ਼ਾਨਾ ਖਿੰਡਿਆ, ਬਸ ਫਿਰ ਤਾਂ ਸਾਰੀਆਂ ਮੂਰਤੀਆਂ ਭੰਨ ਕੇ ਵੇਖੀਆਂ ਤੇ ਖਜ਼ਾਨੇ ਕੱਢ ਕੇ ਲੈ ਜਾਂਦਾ। ਨਾਲੇ ਜਿਹੜੀਆਂ ਸੁੰਦਰ ਲੜਕੀਆਂ, ਨੌਜਵਾਨ ਇਸਤਰੀਆਂ, ਬਹੂ ਬੇਟੀਆਂ ਸੰਸਾਰ ਦੇ ਵਿੱਚੋਂ, ਭਾਰਤ ਵਿੱਚੋਂ ਇਕੱਠੀਆਂ ਕਰਕੇ ਲੈ ਜਾਂਦਾ। 17 ਵਾਰੀ ਕਿਸੇ ਨੇ ਉਹਦਾ ਨੱਕ ਨਹੀਂ ਸੀ ਮੋੜਿਆ। ਤੇ ਜਿਸ ਵੇਲੇ ਸਿੰਘਾਂ ਦਾ ਸਮਾਂ ਆਇਆ ਤੇ ਗੁਰੂ ਪਿਆਰਿਓ, ਫਿਰ ਸਿੰਘਾਂ ਨੇ ਜਦੋਂ ਇਹ ਆਇਆ ਨਾ ਇਸ ਪਾਸੇ, ਤੇ ਸਿੰਘਾਂ ਨੂੰ ਪਤਾ ਲੱਗਿਆ ਤੇ ਸਿੰਘਾਂ ਨੇ ਕਹਿੰਦੇ ਕੋਈ ਗੱਲ ਨਹੀਂ, ਇਹਨਾਂ ਦਾ ਮਗਰਾ ਕਰੋ। ਹੁਣ ਇਹ ਗੁਰੂ ਪਿਆਰਿਓ, ਜਦੋਂ ਰਾਤ ਪੈ ਜਾਂਦੀ, ਥੱਕ ਜਾਂਦੇ, ਚੱਲਦੇ ਚੱਲਦੇ ਗੱਡਿਆਂ 'ਤੇ ਸਮਾਨ ਲੱਦਿਆ ਹੁੰਦਾ, ਜੰਗਲ ਦੇ ਵਿੱਚ ਰੁਕ ਜਾਂਦੇ ਆ। ਇੱਕ ਦਿਨ ਸਿੰਘਾਂ ਨੇ ਮਗਰਾ ਕੀਤਾ ਤੇ ਬੈਠੇ ਰਹੇ, ਨੱਚਦੇ, ਸ਼ਰਾਬਾਂ ਪੀਂਦੇ, ਐਸ਼ ਕਰਦੇ, ਖੁਸ਼ੀਆਂ ਮਨਾਉਂਦੇ, ਜਸ਼ਨ ਕਰਦੇ, ਥੱਕ ਗਏ। 12-1 ਵਜੇ ਤੱਕ ਇਹ ਨਿਢਾਲ ਹੋ ਕੇ ਡਿੱਗ ਪਏ ਨਸ਼ੇ ਨੁਸ਼ੇ ਕਰਕੇ। ਤੇ ਸਿੰਘ ਜਿਹੜੇ ਸਨ ਉਹ 12 ਵਜੇ ਉੱਠੇ, ਕਹਿੰਦੇ ਵੀ ਲਓ 12 ਵੱਜ ਗਏ, ਹੁਣ ਜ਼ਰੂਰ ਉਹ ਨੀਂਦ ਵਿੱਚ ਡਿੱਗ ਪਏ ਹੋਣਗੇ। ਤੇ ਸਿੰਘਾਂ ਨੇ ਫਿਰ ਮਗਰ ਹਮਲਾ ਕੀਤਾ, ਉਹਨਾਂ ਦੇ ਜਾ ਕੇ ਚਾਨਚੱਕ ਸੁੱਤਿਆਂ ਪਿਆ। ਤੇ ਇਹਨੂੰ ਕਹਿੰਦੇ ਆ ਗੁਰੀਲਾ ਜੰਗ। ਦੁਸ਼ਮਣ ਨੂੰ ਕਿਸੇ ਵੀ ਢੰਗ ਨਾਲ ਮਾਰਿਆ ਜਾਵੇ, ਮਾਰਨਾ ਚਾਹੀਦਾ। ਉਹ ਤੋਂ ਜਿਹੜਾ ਵੀ ਦਾ ਬਣੇ ਬਣਾਉਣਾ ਚਾਹੀਦਾ। ਜਿਵੇਂ ਨਾਹਰ ਸਿੰਘ ਤੇ ਸ਼ੇਰ ਸਿੰਘ ਹੋਰਾਂ ਨੇ ਦਾ ਬਣਾਇਆ ਲੋਹਗੜ੍ਹ ਵਾਲੇ ਪਾਸੇ, ਚਾਨਚੱਕ ਹਮਲਾ ਕੀਤਾ। ਬਸ ਇਹਨਾਂ ਨੇ ਤਾਂ ਮਾੜਾ ਜਿਹਾ ਕੀਤਾ ਤੇ ਮੁੜ ਕੇ ਮੁਗਲ ਆਪਸ ਵਿੱਚ ਵੱਢ ਕੇ ਮਰ ਗਏ। ਖੈਰ, ਤੇ ਗੁਰੂ ਪਿਆਰਿਓ, ਸਿੰਘਾਂ ਨੇ ਫਿਰ ਉਹ ਗੱਡਿਆਂ ਦੇ ਵਿੱਚ ਬੰਨੀਆਂ ਹੋਈਆਂ ਲੜਕੀਆਂ ਵੀ ਛੁਡਾ ਕੇ ਲਿਆਉਣੀਆਂ, ਉਹ ਲੁੱਟਿਆ ਹੋਇਆ ਹੀਰੇ ਜਵਾਹਰ ਸੋਨਾ ਚਾਂਦੀ ਉਹ ਵੀ ਖੋਹ ਕੇ ਲਿਆਉਣਾ। ਔਰ ਅੱਜ ਵੀ ਦਸ਼ਮੀ ਡਿਓੜੀ ਦੇ ਲੱਗਿਆ ਚਾਂਦੀ ਦਾ ਗੇਟ ਹੈ ਵੱਡਾ, ਜਿਹੜਾ ਕਿ ਇੱਕ ਮੰਦਰ ਦੇ ਵਿੱਚ ਉਹ ਲਾ ਕੇ ਲਗਿਆ ਸੀਗਾ ਆਪਣੇ ਵਾਸੇ ਲਿਜਾਣ ਵਾਸਤੇ, ਉਹ ਵੀ ਉਹਨਾਂ ਤੋਂ ਖੋਹ ਕੇ ਲਿਆਂਦਾ। ਅੱਜ ਤੱਕ ਉਹ ਨਿਸ਼ਾਨੀ ਪਈ ਆ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ। ਖੈਰ, ਮਨੋਬਿਰਤੀਆਂ ਉੱਥੇ ਰੱਖੀਏ। ਹੁਣ ਕੀ ਹੋਇਆ ਗੁਰੂ ਪਿਆਰਿਓ, ਇਹ ਉਹਨਾਂ ਨੂੰ ਲੜਦੇ ਹੈ, ਕਹੇ ਤੁਸੀਂ ਆਲਸੀ ਹੋ ਗਏ, ਤੁਸੀਂ ਨਿਗਾਹ ਨਹੀਂ ਰੱਖੀ। ਜਾਨ ਫਜਰ ਕੋ ਵਕਤ ਹੋਇਆ ਨਰ ਬਾਤੇ ਅਲਸਾਰੀ। ਉਹ ਹੁਣ ਦੱਸਦੇ ਆ ਮਹਾਰਾਜ, ਪਤਾ ਕੀ ਉਹ ਫਜਰ ਕਹਿੰਦੇ ਆ ਅੰਮ੍ਰਿਤ ਵੇਲੇ ਨੂੰ, ਭਾਵ ਹਸਪਤਾਲਾਂ ਵਿੱਚ ਬੰਦਾ ਕਿੰਨਾ ਬਿਲਕਦਾ ਹੋਵੇ, ਤੜਕੇ 3 ਵਜੇ 2:30 ਵਜੇ ਸਭ ਨੂੰ ਨੀਂਦ ਆਉਣੀ ਸ਼ੁਰੂ ਹੋ ਜਾਂਦੀ ਹੈ। ਕਿਉਂਕਿ ਕਾਲ ਦਾ ਇਹ ਖਿਆਲ ਹੈ, ਕਲਯੁਗ ਦਾ, ਬਈ ਜੇ ਕੋਈ ਅੰਮ੍ਰਿਤ ਵੇਲੇ ਜਾਗਦਾ ਰਹਿ ਗਿਆ ਉਹ ਮੇਰੀ ਗਿਰਫਤ 'ਚੋਂ ਨਿਕਲ ਜੂ। ਜਿਵੇਂ ਅੱਜ ਦੇ ਮੁਤਾਬਕ ਕਹਿ ਰਹੇ ਹਾਂ ਵੀ ਕਲਯੁਗ ਦੀਆਂ ਵੋਟਾਂ ਘਟ ਜਾਣਗੀਆਂ, ਉਹਨਾਂ ਨੇ ਗੁਰੂ ਨਾਨਕ ਵਾਲੇ ਪਾਸੇ ਹੋ ਜਾਣਾ ਨਾਮ ਜਪਦੇ। ਇਸ ਕਰਕੇ ਕਲਯੁਗ ਤੜਕੇ 3 ਵਜੇ ਤੋਂ ਬਾਅਦ ਤਾਂ ਫਿਰ ਸਾਰਿਆਂ ਨੂੰ ਸਮਾ ਦਿੰਦਾ ਹੈਗਾ। ਉਹ ਕਹਿਣ ਲੱਗਿਆ ਇਹਨਾਂ ਦਾ ਬੰਦਾ ਜਿਹਨੇ ਵੇਖਿਆ ਰਾਤ ਦਾ ਇਹ ਸੀਨ, ਕਹਿੰਦਾ ਜੀ ਫਜਰ ਦਾ ਸਮਾਂ ਹੋਇਆ, ਭਾ 12 ਵਜੇ ਤੋਂ ਬਾਅਦ 2 ਦਾ ਸਮਾਂ, 2:30 ਦਾ ਸਮਾਂ। ਕਹਿੰਦੇ ਫਜਰ ਦਾ ਸਮਾਂ ਜਾਣ ਕੇ ਵੀ ਚੱਲ ਹੁਣ ਕੌਣ ਆਉਂਦਾ ਹੈ, ਸਾਨੂੰ ਨੀਂਦ ਚੜ ਗਈ ਜੀ। ਕਰਤ ਰੋਜ਼ੀ ਰਹੇ ਸੀ ਵਿਦਾ ਫਜਰ ਵਕਤ ਅਲਸਾਰੀ। ਅਸੀਂ ਮਹਾਰਾਜ ਰਾਤ ਨੂੰ ਪੂਰਾ ਪਹਿਰਾ ਦਿੰਨੇ ਆ, ਅਸੀਂ ਰੋਜ਼ ਹੀ ਇਦਾਂ ਕਰਦੇ ਆ। ਤੜਕੇ ਘੰਟਾ ਕੁ ਦਿਨ ਚੜ੍ਹਨ ਤੋਂ ਪਹਿਲਾਂ ਅਸੀਂ ਅੱਖ ਲਾ ਲੈਂਦੇ ਆ ਵੀ ਚੱਲ ਹੁਣ ਸੌਂ ਜੀਏ। ਦਿਨ ਮੇ ਨਰ ਹੈ ਇਹ ਵਿਵਾਸਤਰ ਜਾਗਤ ਕਿਤਕ ਰਹਾਈ। ਅਸੀਂ ਸੋਚਿਆ ਵੀ ਹੁਣ ਜਾਗਦੇ ਵੀ ਕਿੰਨਾ ਕੁ ਰਹਿ ਸਕਦੇ ਆ, ਤੜਕੇ ਦਿਨ ਚੜ੍ਹਦੇ ਨਾਲ ਫੇਰ ਜੰਗ ਸ਼ੁਰੂ ਕਰਨਾ ਪੈਣਾ, ਚਲੋ ਘੰਟਾ ਢੂਈ ਸਿੱਧੀ ਕਰ ਲਈਏ। ਅਸੀਂ ਅੰਮ੍ਰਿਤ ਵੇਲੇ ਕਹਿੰਦੇ ਆ, ਉਹ ਫਜਰ ਦਾ ਵੇਲਾ ਕਹਿੰਦੇ ਆ, ਫਜਰ ਦੀ ਨਮਾਜ਼ ਕਹਿੰਦੇ ਆ, 5 ਵਾਰੀ ਨਮਾਜ਼ ਕਰਦੇ ਆ ਉਹ। ਕਹਿੰਦੇ ਫਜਰ ਦਾ ਸਮਾਂ ਸੀਗਾ ਤੇ ਅਸੀਂ ਸੋਚੇ ਵੀ ਚੱਲ ਸੌਂ ਜਾਓ, ਤੜਕੇ ਉੱਠ ਕੇ ਫੇਰ ਲੜਨਾ ਪੈਣਾ, ਤੇ ਅਸੀਂ ਪੈ ਗਏ ਜੀ। ਇਤਨੇ ਮੇ ਕਸ ਕਰਦੀ ਸੰਸਰ ਆਨ ਪਰੇ ਸਮਦਾਈ। ਮਹਾਰਾਜ ਪਤਾ ਨਹੀਂ ਲੱਗਿਆ, ਇੰਨੇ ਚ ਚੋਰਾਂ ਦੀ ਤਰ੍ਹਾਂ ਸਿੰਘਾਂ ਨੇ ਦਬਦੇ ਹੋਏ ਪੈਰ ਸਾਡੇ ਤੇ ਹਮਲਾ ਕਰ ਦਿੱਤਾ। ਭਾਗਿਆ ਕੀਨੇ ਸੁਧ ਸੰਭਾਰੀ ਅਯੁੱਧ ਕਹਾਂ ਉਠਾਏ। ਮਹਾਰਾਜ ਸ਼ਾਸਤਰ ਤਾਂ ਛੱਡੋ, ਸਾਨੂੰ ਤਾਂ ਪੱਗ ਚੱਕਣ ਦਾ ਟਾਈਮ ਨਹੀਂ ਲੱਗਿਆਗਾ। ਸਾਨੂੰ ਤਾਂ ਇਹ ਨਹੀਂ ਸਮਝ ਆਈ ਵੀ ਸ਼ਾਸਤਰ ਚੱਕੀਏ ਕਿ ਪੱਗ ਚੱਕੀਏ। ਹੋ ਕੀ ਗਿਆ, ਚਾਨਚੱਕ ਉਹਨਾਂ ਨੇ ਹਮਲਾ ਕੀਤਾ ਸਾਡੇ ਤੇ, ਸਾਨੂੰ ਸਮਝ ਨਹੀਂ ਆਈ ਉਸ ਵੇਲੇ। ਸੋਬਤ ਕਟੇ ਕੋਟ ਨ ਪਾਏ ਕਿਨੇ ਨ ਬਸਤਰ ਸੰਭਾਰਾ। ਕਈ ਤਾਂ ਉਹਨਾਂ ਨੇ ਸੁੱਤੇ ਪਏ ਵੜ ਦਿੱਤੇ, ਉੱਠਣ ਨਹੀਂ ਦਿੱਤਾ, ਪਾਣੀ ਨਹੀਂ ਮੰਗਣ ਦਿੱਤਾ ਕਈਆਂ ਨੂੰ, ਤਾਂ ਕਈਆਂ ਦੇ ਹੱਥ ਪੈਰ ਵੱਢੇ ਗਏ, ਕਈਆਂ ਦੀਆਂ ਧੌਣਾਂ ਵੱਢੀਆਂ ਗਈਆਂ, ਕਈਆਂ ਦੇ ਮੂੰਹ ਵੱਢੇ ਗਏ। ਰਾਜਾ ਸਾਹਿਬ ਸਾਨੂੰ ਸਮਝ ਨਹੀਂ ਆਈ ਬਈ ਇਹ ਇਸ ਵੇਲੇ ਉੱਠ ਕੇ ਵੀ ਹਮਲਾ ਕਰਨਾ। ਇਹ ਵੱਜਦੇ ਹੀ ਸਿੰਘਾਂ ਦੇ 12, ਭਾਵ ਸਿੰਘ ਰਾਤ ਦੇ 12 ਵਜੇ ਉੱਠ ਕੇ ਤਿਆਰ ਪ੍ਰਤਿਆਰ ਹੁੰਦਾ ਹੈ ਤੇ ਸੰਸਾਰ 12 ਵਜੇ ਤੋਂ ਬਾਅਦ ਸੌਣਾ ਸ਼ੁਰੂ ਕਰ ਜਾਂਦਾ ਹੈ, ਆਲਸ ਵਿੱਚ ਚਲਿਆ ਜਾਂਦਾ। ਮਨੋਬਿਰਤੀਆਂ ਉੱਥੇ ਰੱਖੀਏ।
ਕਹਿੰਦਾ ਹੈ ਦੱਸਦਾ ਹੈ ਮਹਾਰਾਜ ਸਾਨੂੰ ਸਮਝ ਨਹੀਂ ਆਈ। ਮਜੁਲ ਕੀ ਤਤਕਾਲ ਕਰਤੀ ਸਕਲ ਮੋਰਚਾ ਮਾਰਾ। ਕਿਉਂ ਉਹਨਾਂ ਨੇ ਬੜੀ ਤੇਜ਼ੀ ਦੇ ਨਾਲ ਮੋਰਚਿਆਂ ਵਿੱਚ ਬੈਠੀਆਂ ਸਾਡੇ ਸਿਪਾਹੀਆਂ ਨੂੰ ਵੀ ਮਾਰ ਦਿੱਤਾ। ਬੜੀ ਤੇਜ਼ੀ ਦੇ ਨਾਲ ਸਾਰੇ ਮੋਰਚਿਆਂ ਤੇ ਇੱਕਦਮ ਹਮਲਾ ਕਰ ਦਿੱਤਾ। या खुदा हम जानत क्या कि दगा करे संगार। ਯਾ ਖੁਦਾ ਸਾਨੂੰ ਕੀ ਪਤਾ ਸੀ ਓਏ ਮੇਰਿਆ ਰੱਬਾ ਵੀ ਇਹ ਦਗੇ ਨਾਲ ਵੀ ਹਮਲਾ ਕਰ ਸਕਦੇ ਆ। ਪਾਪ ਦਗਾ ਸਿੰਘ ਨਹੀਂ ਕਰਦਾਗਾ, ਦਗਾ ਤੇ ਇਹਨਾਂ ਪਹਾੜੀਆਂ ਨੇ ਕੀਤਾ, ਤੁਰਕਾਂ ਨੇ ਕੀਤਾ ਹੈ। ਕਿਉਂਕਿ ਗੁਰੂ ਸਾਹਿਬ ਸਭ ਦਾ ਭਲਾ ਚਾਹੁੰਦੇ ਆ, ਕਿਸੇ ਦਾ ਮਾੜਾ ਨਹੀਂ ਚਾਹੁੰਦੇ। ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ, ਪਰ ਇਹ ਬੁਰਾ ਚਾਹੁੰਦੇ ਆ ਪਹਾੜੀਏ ਤੇ ਤੁਰਕ ਰਲ ਕੇ। ਬਈ ਕਿਤੇ ਗੁਰੂ ਗੋਬਿੰਦ ਸਿੰਘ ਹੋਰ ਤਕੜਾ ਹੋ ਕੇ ਤਿਆਰ ਪ੍ਰਤਿਆਰ ਹੋ ਕੇ ਕਿਤੇ ਸਾਡੇ ਦਿੱਲੀ ਦਾ ਤਖਤ ਨਾ ਖੋਲੇ। ਉਹ ਚਾਹੁੰਦੇ ਤਾਂ ਸੰਸਾਰ ਦੇ ਰਾਜੇ ਹਨ, ਪਰ ਉਹ ਰਾਜ ਕਰਨੀ ਆਏ, ਦੁਨੀਆ ਨੂੰ ਮੱਤ ਦੇਣ ਆਏ ਆ। ਕੋਈ ਸਤਨਾਮ, ਸ੍ਰਿਸ਼ਟੀ ਦੇ ਮਾਲਕ ਹੈ ਉਹ ਸਾਰੀ ਦੇ। ਉਹ ਕਿਤੇ ਥੋੜੇ ਜਿਹੇ ਖਿੱਤੇ ਦੇ ਰਾਜੇ ਹੋਣਗੇ। ਖਾਲਿਸਤਾਨ ਭਾਵ ਪਵਿੱਤਰਤਾ, ਤੇ ਫਿਰ ਖਾਲਿਸਤਾਨ ਤਾਂ ਮੈਂ ਕਹਿੰਦਾ ਸਾਰਾ ਸੰਸਾਰ ਹੀ ਬਣ ਜਾਵੇ। ਹਰ ਥਾਂ ਤੇ ਪਵਿੱਤਰਤਾ ਹੋਣੀ ਚਾਹੀਦੀ ਆ। ਭਗਤ ਰਵਿਦਾਸ ਜੀ ਕੀ ਕਹਿੰਦੇ ਆ, ਬੇਗਮਪੁਰਾ ਸ਼ਹਿਰ ਕੋ ਨਾਓ, ਮੇਰਾ ਇਹੋ ਜਿਹਾ ਸ਼ਹਿਰ ਬਣ ਜਾਵੇ ਜਿੱਥੇ ਕੋਈ ਗਮ ਨਾ ਹੋਵੇ। ਬੇਗਮਪੁਰਾ ਸ਼ਹਿਰ ਕੋ ਨਾਓ, ਦੁਖ ਅੰਦੋ ਨਹੀਂ ਟੇਠਾਓ, ਨਾ ਤਸਵੀਸ ਖਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ, ਆ ਮੈਂ ਖੂਬ ਵਤਨ ਗਏ ਭਾਈ, ਊਹਾਂ ਖੈਰ ਸਦਾ ਮੇਰੇ ਭਾਈ। ਐਸਾ ਦੇਸ਼ ਬੇਗਮਪੁਰਾ ਪਰਮੇਸ਼ਰ ਦਾ ਸੱਚਖੰਡ ਹੈ। ਕਿਤੇ ਦੁਨੀਆ ਪਰਮੇਸ਼ਰ ਦੇ ਸੱਚਖੰਡ ਵਰਗਾ ਖਾਲਿਸਤਾਨ ਬਣ ਜਾਵੇ, ਬੇਗਮਪੁਰਾ ਬਣ ਜਾਵੇ। ਕੋ ਸਤਨਾਮ। ਇਸ ਕਰਕੇ ਖਾਲਿਸਤਾਨ ਕੋਈ ਛੋਟੇ ਜਿਹੇ ਖਿੱਤੇ ਦਾ ਨਾਮ ਨਹੀਂ ਹੈਗਾ, ਸਾਰੀ ਸ੍ਰਿਸ਼ਟੀ ਹੀ ਖਾਲਿਸਤਾਨ ਬਣਨੀ ਹੈ। ਇੱਕ ਦਿਨ ਗੁਰੂ ਕਿਰਪਾ ਕਰਨਗੇ, ਸਾਰੀ ਦੁਨੀਆ ਦੇ ਵਿੱਚ ਹੀ ਗੁਰੂ ਕੀ ਜਿਹੜੀ ਬਾਣੀ ਹੈ ਇਸ ਨੇ ਵਰਤ ਜਾਣਾ ਹੈ। ਖੈਰ ਮਨੋਬਿਰਤੀਆਂ ਉੱਥੇ ਰੱਖੀ ਆਪਾਂ। ਕਹਿਣ ਲੱਗੇ ਮਹਾਰਾਜ ਸਾਨੂੰ ਨਹੀਂ ਸੀ ਪਤਾ ਕਿ ਇਹ ਸਿੱਖ ਸਾਨੂੰ ਦਗੇ ਨਾਲ ਵੱਢ ਦੇਣਗੇ। ਇੱਕ ਕਰੀ ਦਰਮਿਆਨ ਪਰੀ ਨੈ ਐਵੇਂ ਗਜਬ ਗੁਜ਼ਾਰਾ। ਘੜੀ 24 ਮਿੰਟਾਂ ਦੀ ਹੁੰਦੀ ਹੈ। ਉਹ ਕਹਿੰਦੀ ਅੱਧਾ ਘੰਟਾ ਨਹੀਂ ਲੱਗਿਆ, ਇੱਕ ਘੜੀ ਨਹੀਂ ਲੱਗੀ। ਗਜਬ ਕਰ ਦਿੱਤਾ ਸਿੰਘਾਂ ਨੇ, ਸਾਨੂੰ ਸੁੱਤੇ ਪਿਆਂ ਨੂੰ ਵੱਢ ਦਿੱਤਾ। ਸੋਤੇ ਜਾਗਤ ਨਹੀਂ ਬਰਾਬਰ ਔਚਕ ਖੰਡ ਪ੍ਰਹਾਰੇ। ਇਹ ਮਹਾਰਾਜ ਸੁੱਤਿਆਂ ਜਾਗਦਿਆਂ ਦੀ ਕੌਣ, ਸੁੱਤੇ ਹੋਏ ਜਾਗਦਿਆਂ ਦੀ ਕੀ ਬਰਾਬਰੀ ਕਰ ਸਕਦੇ ਆ? ਸੁੱਤਾ ਤਾਂ ਮਰਿਆਂ ਬਰਾਬਰ ਹੁੰਦਾ। ਹੁਣ ਅਸੀਂ ਤਾਂ ਥੋੜਾ ਚਿਰ ਢੂਈ ਲਾਈ ਸੀ ਤੇ ਚਾਂ ਚੱਕ ਉਹਨਾਂ ਨੇ ਆ ਕੇ ਤਲਵਾਰਾਂ ਚਲਾਤੀਆਂ। ਸੋਨੇ ਆਪਸ ਵਿੱਚ ਭਿੜੇ ਫੂਲ ਪੱਟ ਭੂਰ ਭਿਆਨਕ ਮਾਰੇ। ਮਹਾਰਾਜ ਜੀ ਰਾਜਾ ਸਾਹਿਬ ਜ਼ਬਰਦਸਤ ਖਾਂ ਜੀ ਉਹ ਤਾਂ ਮੁੜ ਕੇ 5 7 10 20 ਨੂੰ ਵੱਢ ਕੇ ਮੁੜ ਕੇ ਤਾਂ ਸਾਡੀ ਫੌਜ ਹਨੇਰੇ ਵਿੱਚ ਹੀ ਤਲਵਾਰਾਂ ਮਾਰਨ ਲੱਗ ਪਈ। ਆਪਸ ਵਿੱਚ ਹੀ ਸਾਡੀ ਫੌਜ ਨੇ ਆਪਦੀ ਹੀ ਫੌਜ ਵੱਢ ਦਿੱਤੀ। ਜ਼ਬਰਦਸਤ ਅਰਖਾਨ ਵਜੀਦਾ ਸੂਬੇ ਡੂਬੇ ਲਾਜਾ। ਬੜੀ ਸ਼ਰਮ ਆ ਰਹੀ ਹੈ ਇਹਨਾਂ ਦੋਨੇ ਸੂਬੇਦਾਰਾਂ ਨੂੰ। ਆਪਣੀਆਂ ਜੁਗਤੀਆਂ ਸਿਆਣਪਾਂ ਇਹਨਾਂ ਦੀਆਂ ਸਭ ਖਤਮ ਕਰਤੀਆਂ ਗੁਰੂ ਕਿਆਂ ਸਿੰਘਾਂ ਨੇ। ਕਹਿੰਦੇ ਜ਼ਬਰਦਸਤ ਖਾਂ ਤੇ ਵਜੀਦ ਖਾਂ ਸ਼ਰਮਸ਼ਾਰ ਵੀ ਬੜੇ ਆ, ਨੀਵੀਆਂ ਪਾ ਕੇ ਬੈਠੇ ਆ ਤੇ ਇਹਨਾਂ ਨੂੰ ਗੁੱਸਾ ਵੀ ਬੜਾ ਆਇਆ। ਇਹਦੇ ਕਰੋਧ ਕਰ ਨੇਤਰ ਫੇਰ ਕਰ ਤਾੜਿਓ ਗਿਰਪਤ ਰਾਜਾ। ਗੁੱਸਾ ਇਹਨਾਂ ਨੂੰ ਕਿਤੇ ਆ ਰਿਹਾ, ਭੀਮ ਚੰਦ ਪਹਾੜੀਏ ਤੇ ਜਿਹਨੇ ਬਿਨਾਂ ਗੱਲ ਤੋਂ ਲਿਆ ਕੇ ਇਹਨਾਂ ਨੂੰ ਫਸਾ ਦਿੱਤਾ। ਕੋ ਚੰਗੇ ਭਲੇ ਆਪਦੇ ਰਾਜਾਂ ਵਿੱਚ ਬੈਠੇ ਸੀਗੇ। ਵਜੀਦਾ ਸਰਹੰਦ ਦਾ ਸੂਬੇਦਾਰ ਸੀਗਾ, ਉੱਥੋਂ ਫੌਜ ਲਿਆਇਆ ਸੀਗਾ, ਤੇ ਜ਼ਬਰਦਸਤ ਖਾਂ ਲਾਹੌਰ ਦਾ ਸੂਬੇਦਾਰ ਸੀਗਾ। ਔਰ ਇਹਨਾਂ ਨੂੰ ਹੁਣ ਗੁੱਸਾ ਆ ਰਿਹਾ ਭੀਮ ਚੰਦ ਪਹਾੜੀਆਂ ਤੇ, ਜਿਨ੍ਹਾਂ ਨੇ ਬਿਨਾਂ ਕਾਰਨ ਲਿਆ ਕੇ ਫਸਾਇਆ ਇਹਨਾਂ ਨੂੰ ਇੱਥੇ। ਆਪਨੇ ਚਿੰਤ ਹੋਏ ਕਰ ਬੈਠੇ ਸਾਚਮ ਮਰਵਾਏ। ਲੜਦਾ ਹੋਇਆ ਜ਼ਬਰਦਸਤ ਕਹਿੰਦਾ ਓਏ ਤੁਸੀਂ ਉਧਰਲੇ ਪਾਸੇ ਹੋ ਕੇ ਬੈਠੇ ਹੋ, ਵੈਸੇ ਸਵਾਰਥੀ ਹੈ। ਇਹ ਦੂਜੇ ਦੀ ਮੋਢੇ ਤੇ ਤਲਵਾਰ ਰੱਖ ਕੇ ਹੀ ਚਲਾਉਂਦੇ ਆ, ਦੂਜੇ ਦੇ ਮੋਢੇ ਤੇ ਬੰਦੂਕ ਰੱਖ ਕੇ ਚਲਾਉਂਦੇ ਆ। ਅੱਜ ਤੱਕ ਇਹ ਹਿੰਦੂ ਪਹਾੜੀਏ ਜਿਹੜੇ ਹਨ ਬੜੇ ਸਵਾਰਥੀ ਆ। ਕੋਈ ਸਤਨਾਮ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਕੋਲੇ ਆ ਕੇ ਰੋਏ, ਸਾਡਾ ਧਰਮ ਬਚਾਓ। ਗੁਰੂ ਸਾਹਿਬ ਦਾ ਸੁਭਾਅ ਸੀ ਜੋ ਸ਼ਰਨ ਪਵੇ ਤੇ ਜੋ ਸ਼ਰਨ ਆਵੇ ਤਿਸ ਕੰਠ ਲਗਾਵੇ। ਉਹਨਾਂ ਨੇ ਬਾਂਹ ਫੜੀ, ਪਰ ਕੀ ਅੱਜ ਉਹਨਾਂ ਸਤਿਕਾਰ ਕਰਦੇ ਉਹ ਲੋਕ ਜਿਨ੍ਹਾਂ ਨੇ ਉਸ ਵੇਲੇ ਇਸ ਗੁਰੂ ਦੀ ਸ਼ਰਨ ਵਿੱਚ ਪੈ ਕੇ ਤੇ ਆਪਣੀ ਲਾਜ ਬਚਾਈ ਸੀ। ਗੁਰੂ ਸਾਹਿਬ ਨੇ ਭਾਰਤ ਦੇ ਵਿੱਚ ਧਰਮ ਨੂੰ ਕਾਇਮ ਕਰਨ ਵਾਸਤੇ ਆਉਣਾ ਕੀਤਾ, ਜ਼ੁਲਮ ਨੂੰ ਰੋਕਣ ਵਾਸਤੇ ਆਉਣਾ ਕੀਤਾ, ਜ਼ੁਲਮ ਨੂੰ ਖਤਮ ਕਰਨ ਵਾਸਤੇ ਆਏ ਹਨ। ਸਮਝ ਲਹੋ ਯਹ ਸਾਧੂ ਸਭ ਮਨਮੰਗ ਯਾਹੀ ਕਾਜ ਧਰਾ ਹਮ ਜਨਮੰਗ, ਧਰਮ ਚਲਾਵਣ ਸੰਤਿਓ ਬਹਾਨ ਦੁਸ਼ਟ ਸਭਨ ਕੋ ਮੂਲ ਉਪਾੜਨ। ਮੈਂ ਹੋ ਪਰਮ ਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸ਼ਾ। ਨਾਲੇ ਆਪਣੇ ਆਪ ਨੂੰ ਰੱਬ ਨਹੀਂ ਕਿਹਾ ਤੇ ਨਾਲੇ ਕਿਹਾ ਕਿ ਮੈਂ ਧਰਮ ਕਾਇਮ ਕਰਨ ਵਾਸਤੇ ਆਇਆ।
ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇਹਨਾਂ ਲੋਕਾਂ ਦੇ ਵਾਸਤੇ ਔਰੰਗਜ਼ੇਬ ਦੇ ਨਾਲ ਜਾ ਕੇ ਅੜਨਾ ਕੀਤਾ। ਇਹ ਵੀ ਦੂਜੇ ਦੇ ਮੋਢੇ ਤੇ ਰੱਖ ਕੇ ਚਲਾਉਣ ਵਾਲੀ ਗੱਲ ਆ। ਕਹੋ ਸਤਨਾਮ ਸਿੰਘ। ਇਹਨਾਂ ਦੇ ਪਿੱਛੇ ਆਪਣਾ ਉੱਥੇ ਜਾ ਕੇ ਔਰੰਗੇ ਨਾਲ ਅੜਨਾ ਕੀਤਾ, ਸ਼ਹੀਦੀ ਹੋ ਗਈ ਉਹਨਾਂ ਦੀ, ਨਾਲ ਉਹਨਾਂ ਦੇ ਸਿੱਖਾਂ ਦੀ ਵੀ ਸ਼ਹੀਦੀ ਹੋਈ। ਉਸ ਤੋਂ ਬਾਅਦ ਫਿਰ ਗੋਬਿੰਦ ਸਿੰਘ ਮਹਾਰਾਜ ਨੇ ਤਲਵਾਰ ਚੱਕੀ, ਸ਼ਸਤਰ ਚੱਕਿਆ ਇਹਨਾਂ ਦੁਸ਼ਟਾਂ ਦਾ ਸੌਦਾ ਲਾਉਣ ਵਾਸਤੇ। ਤੇ ਹੁਣ ਕਹਿੰਦੇ ਹੈ ਕਿ ਗੁਰੂ ਤੇਗ ਬਹਾਦਰ ਮਹਾਰਾਜ ਹਿੰਦੂਆਂ ਦੀ ਚਾਦਰ ਹੈ, ਕਿ ਹਿੰਦੂਆਂ ਦੀ ਚਾਦਰ ਨਹੀਂ, ਉਹ ਸੰਸਾਰ ਦੀ ਚਾਦਰ ਹੈ। ਕਹੋ ਸਤਨਾਮ। ਸਾਰੀ ਸ੍ਰਿਸ਼ਟੀ ਦੇ ਜ਼ੁਲਮ ਨੂੰ ਖਤਮ ਕਰਨ ਵਾਸਤੇ ਆਏ ਨੇ, ਉਹ ਕਿਸੇ ਇੱਕ ਵਾਸਤੇ ਨਹੀਂ। ਗੁਰੂ ਸਾਹਿਬ ਦਾ ਸਾਂਝਾ ਹੈ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਂ ਵਰਨਾ ਕੋ ਸਾਂਝਾ। ਔਰ ਦਸਾਂ ਹੀ ਗੁਰੂਆਂ ਨੇ ਸਾਰੇ ਸੰਸਾਰ ਵਿੱਚ ਵਿਚਰ ਕੇ ਸਭ ਦਾ ਮਾਰਗਦਰਸ਼ਨ ਕੀਤਾ ਹੈ। ਇਹ ਸਭ ਦਾ ਮਾਲਕ ਹੈ, ਪਰ ਸਾਨੂੰ ਅਕਿਰਤ ਘਣ ਨਹੀਂ ਹੋਣਾ ਚਾਹੀਦਾ। ਅਕਿਰਤ ਘਣ ਕਿਹੜਾ ਹੁੰਦਾ ਹੈ? ਜਿਹੜਾ ਕਿਸੇ ਤੋਂ ਕੰਮ ਕਰਾ ਕੇ, ਆਪਣਾ ਕੰਮ ਲੈ ਕੇ, ਆਪਣਾ ਕੰਮ ਕੱਢ ਕੇ, ਆਪਣਾ ਸਵਾਰਥ ਕੱਢ ਕੇ ਮੁੜ ਕੇ ਤੂੰ ਕੌਣ ਤੇ ਮੈਂ ਕੌਣ ਕਹੇ। ਕਹੋ ਸਤਨਾਮ। ਇਹਨਾਂ ਪਹਾੜੀਆਂ ਦੇ ਬਜ਼ੁਰਗਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗਵਾਲੀਅਰ ਦੇ ਕਿਲੇ ਚੋਂ ਕੱਢ ਕੇ ਲਿਆਏ ਸੀਗੇ ਕਿਸੇ ਵੇਲੇ, ਔਰ ਜਹਾਂਗੀਰ ਦੇ ਕੋਲੋਂ ਮਾਫੀਆਂ ਦਵਾ ਕੇ, ਉਹਨਾਂ ਨੂੰ ਝੰਡਾ ਦਵਾ ਕੇ, ਨਿਸ਼ਾਨ ਦਵਾ ਕੇ, ਘੋੜਾ ਦਵਾ ਕੇ ਇਹਨਾਂ ਨੇ ਵਾਪਸ ਰਾਜ ਦਿੱਤੇ ਸੀ, ਨਾਲ ਵਜ਼ੀਰ ਦਿੱਤੇ ਸੀ ਉਹਨਾਂ ਨੂੰ, ਵਾਪਸ ਉਹਨਾਂ ਰਾਜ ਦਵਾਏ ਸੀਗੇ। ਔਰ ਹੁਕਮ ਦਿੱਤਾ ਸੀਗਾ ਕਿ ਤੁਸੀਂ ਜਹਾਂਗੀਰ ਨਾਲ ਲੜਨਾ ਨਹੀਂ ਗਾ, ਤੁਸੀਂ ਰਾਜ ਕਰੋ ਆਪਣੇ। ਉਸ ਗੁਰੂ ਦੇ ਇਹਨਾਂ ਗੁਰੂ ਪਿਆਰਿਓ ਕੀਤੇ ਹੋਏ ਜਿਹੜੇ ਉਹਨਾਂ ਨੇ ਕਰਮ ਕੀਤਾ, ਬਖਸ਼ਿਸ਼ ਕੀਤੀ, ਉਹਨੂੰ ਯਾਦ ਰੱਖਣਾ ਚਾਹੀਦਾ। ਬੰਦੇ ਨੂੰ ਅਕਿਰਤ ਘਣ ਨਹੀਂ ਹੋਣਾ ਚਾਹੀਦਾ। ਜੇ ਅਕਿਰਤ ਘਣ ਹੁੰਦਾ ਤੇ ਉਸ ਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਕੁੱਤੇ ਦੇ ਮਾਸ ਤੋਂ ਵੀ ਭੈੜਾ ਦੱਸਦੇ ਆ। ਕੋ ਸਤਨਾਮ। ਉਹਨਾਂ ਦੀਆਂ ਵਾਰਾਂ ਪੜ੍ਹ ਲਓ, ਵਾਰਾਂ ਵਿੱਚ ਪੌੜੀ ਇੱਕ, ਮੱਧ ਵਿੱਚ ਰਿੱਧਾ ਪਾਏ ਕੈ ਕੁੱਤੇ ਦਾ ਮਾਸ। ਕਿਸੇ ਮਾਸ ਖਾਣ ਵਾਲੇ ਨੇ ਘਰੇ ਮਾਸ ਤਿਆਰ ਕੀਤਾ, ਔਰ ਮਾਸ ਉਬਾਲਣ ਵਾਲੇ ਵਿੱਚ ਸ਼ਰਾਬ ਵੀ ਪਾ ਲੈਂਦੇ ਆ। ਸ਼ਰਾਬ ਦੇ ਵਿੱਚ ਪਾ ਕੇ ਮਾਸ ਰਹਿੰਦੇ ਆ। ਮੱਧ ਵਿੱਚ ਰਿੱਧਾ ਪਾ ਕੇ ਕੁੱਤੇ ਦਾ ਮਾਸ। ਉਸ ਘਰ ਦੇ ਵਿੱਚ ਝਾੜੂ ਪੋਚਾ ਕਰਨ ਵਾਲੀ ਬੀਬੀ ਵੀ ਰੋਟੀ ਲੈ ਕੇ ਜਾਂਦੀ ਆ ਕਰਨ। ਢੱਕ ਲੈ ਚੱਲੀ ਚੂਹੜੀ ਕਰ ਭੋਗ ਵਿਲਾਸ। ਉਹਨੇ ਭਾਂਡੇ ਵਿੱਚ ਪਾਇਆ ਤੇ ਉੱਤੇ ਪੋਣਾ ਦਿੱਤਾ, ਤੇ ਭਾਂਡਾ ਵੀ ਕਿਹੜਾ ਮਿਲਿਆ ਉੱਥੋਂ? ਭਰਿਆ ਮਾਨਸ ਖੋਪੜੀ ਤਿਸ ਮੰਦੀ ਵਾਸ। ਖੋਪੜੀ ਦੇ ਵਿੱਚ ਹੀ ਭਰ ਲਿਆ। ਰੱਤੂ ਭਰਿਆ ਕੱਪੜਾ ਕਰ ਕੱਜਣ ਤਾਸ। ਖੂਨ ਦਾ ਲਿਬੜਿਆ ਹੋਇਆ ਕੱਪੜਾ ਉਹਦੇ ਉੱਤੇ ਦਿੱਤਾ ਹੋਇਆ। ਰਾਹ ਵਿੱਚ ਉਹਦਾ ਕੋਈ ਜਾਣਿਆ ਪਛਾਣਿਆ ਟੱਕਰ ਗਿਆ, ਕੋਈ ਆਂਢੀ ਗਵਾਂਢੀ, ਕੋਈ ਰਿਸ਼ਤੇਦਾਰ, ਕੋਈ ਦੋਸਤ ਮਿੱਤਰ, ਕੋਈ ਉਹਦਾ ਪਰਿਵਾਰਕ ਮੈਂਬਰ ਟੱਕਰ ਗਿਆ। ਕਹਿੰਦਾ ਕੀ ਲੈ ਚੱਲੀ ਆ? ਉਹ ਕਹਿੰਦੀ ਤੈਨੂੰ ਕਿਉਂ ਦਿਖਾਵਾਂ? ਉਹ ਕਹਿੰਦਾ ਮੈਂ ਵੈਸੇ ਹੀ ਪੁੱਛਿਆ ਕੋਈ ਖਾਣ ਵਾਲੀ ਚੀਜ਼ ਆ? ਕਹਿੰਦੀ ਆਹੋ। ਫਿਰ ਪੌਣਾ ਬੜਾ ਗੰਦਾ ਦਿੱਤਾ, ਵਿਖਾਤਾ ਕੀ ਆ? ਉਹ ਕਹਿੰਦੀ ਮੈਂ ਨਹੀਂ ਵਿਖਾਉਂਦੀ। ਕਹੋ ਸਤਨਾਮ। ਢੱਕ ਲੈ ਚੱਲੀ ਚੂਹੜੀ ਕਰ ਭੋਗ ਵਿਲਾਸ। ਰੱਤੂ ਭਰਿਆ ਕੱਪੜਾ ਕਰ ਕੱਜਣ ਤਾਸ। ਰਸਤੇ ਦੇ ਵਿੱਚ ਪੁੱਛਿਆ ਲਾਹੇ ਵਿਸ਼ਵਾਸ। ਵੈਸੇ ਪੁੱਛ ਲੈਂਦੇ ਆ ਕੀ ਹਾਲ ਆ, ਕੀ ਲਈ ਜਾਣਾ। ਸਾਡਾ ਪੰਜਾਬੀਆਂ ਦਾ ਸੁਭਾਅ ਹੀ ਆ। ਕਹੋ ਸਤਨਾਮ। ਵੈਸੇ ਪੁੱਛ ਲਿਆ ਲਾਹੇ ਵਿਸ਼ਵਾਸ। ਅੱਗੋਂ ਬੀਬੀ ਕਹਿੰਦੀ ਨਜ਼ਰੀ ਪਵੇ ਅਕਿਰਤ ਘਣ ਮਤ ਹੋਏ ਵਿਨਾਸ਼। ਇਹ ਮੇਰਾ ਖਾਣ ਦਾ ਸਮਾਨ ਹੈ, ਪਰ ਜੇ ਇਹਦੇ ਉੱਤੇ ਅਕਿਰਤ ਘਣ ਦੀ ਨਜ਼ਰ ਪੈ ਗਈ, ਇਹ ਮੇਰੇ ਖਾਣ ਦੇ ਕੰਮ ਦਾ ਇਹਨਾਂ ਨੂੰ ਦੱਸੋ। ਕੁੱਤੇ ਦਾ ਮਾਸ ਹੈ, ਅਕਿਰਤ ਘਣ ਕੁੱਤੇ ਦੇ ਮਾਸ ਤੋਂ ਵੀ ਥੱਲੇ ਆ। ਕਹੋ ਸਤਨਾਮ। ਗੁਰੂ ਕਿਰਪਾ ਕਰੇ ਤਾਂ ਸਤਿਗੁਰਾਂ ਨੇ ਸਾਡੇ ਵਾਸਤੇ ਕਿੰਨਾ ਕੁਝ ਕੀਤਾ ਹੈ। ਤਾਂ ਇਹ ਵਜ਼ੀਰ ਜ਼ਬਰਦਸਤ ਖਾਂ ਭੀਮ ਚੰਦਨ ਲੜਦਾ ਹੈ। ਕਹਿੰਦਾ ਓਏ ਤੁਸੀਂ ਚੁੱਪ ਕਰਕੇ ਪਰੇ ਹੋ ਕੇ ਬੈਠੇ ਹੋ, ਸਾਨੂੰ ਕਿਲਿਆਂ ਦੇ ਨੇੜੇ ਬਿਠਾਤਾ ਤੇ ਬਾਦਸ਼ਾਹ ਦੀ ਫੌਜ ਮਰਵਾਈ ਜਾਂਦੇ ਆ। ਕਈ ਹਜ਼ਾਰ ਮਰੀ ਬਨਿਬਰੀ ਅਬ ਕੀਰਤ ਜਗ ਛਾਏ। ਸਾਡੀ ਕਿੰਨੀ ਫੌਜ ਮਰ ਗਈ ਹੈ, ਕਈ ਹਜ਼ਾਰ ਮਰੀ ਬੋ ਨਫਰੀ। ਕਿੰਨੀ ਸਾਡੀ ਫੌਜ ਮਰ ਗਈ ਹੈ, ਨਿਬੜ ਗਈ ਹੈ, ਖਤਮ ਹੋ ਗਈ ਹੈ, ਤੇ ਸੰਸਾਰ ਵਿੱਚ ਵੀ ਸਾਡੀ ਬਦਨਾਮੀ ਹੋ ਰਹੀ ਹੈ। ਬਈ ਔਰੰਗਜ਼ੇਬ ਦੀ ਫੌਜ ਗੁਰੂ ਗੋਬਿੰਦ ਸਿੰਘ ਤੋਂ ਹਾਰ ਗਈ ਆ। ਜਬ ਤੋਂ ਪਹੁੰਚੇ ਸਤਿਗੁਰ ਬਿਡੁਗਨੈ ਸੈਨਾ। ਉਹ ਗੱਲ ਸੁਣੋ, ਤੁਸੀਂ ਔਰੰਗਜ਼ੇਬ ਨੂੰ ਜਾ ਕੇ ਕੀ ਕਿਹਾ ਸੀਗਾ? ਦਿੱਲੀ ਦੇ ਸੂਬੇ ਨੂੰ ਕੀ ਕਿਹਾ ਸੀਗਾ? ਵੀ ਉਹਨਾਂ ਕੋਲੇ ਕੋਈ ਖਾਸ ਫੌਜ ਹੈ ਨਹੀਂ ਗੀ। ਆਪੇ ਦਰਸ ਕੌਣ ਵਿੱਚ ਹੈ ਵਿਕਰੈ ਕਿਉਂ ਨਾ ਕਹਿਤ ਕੁਛ ਬੈਨਾ। ਬੋਲ। ਭੀਮ ਚੰਦ ਵੀ ਨੀਵੀਂ ਪਾ ਕੇ ਬੈਠਾ, ਲੜਦੇ ਆ ਦੂਜੇ ਵਜੀਦੇ ਦੋਨੇ ਸੂਬੇਦਾਰ। ਕਹਿੰਦੇ ਬੋਲੋ ਹੁਣ, ਤੁਸੀਂ ਕਹਿੰਦੇ ਸੀ ਗੁਰੂ ਗੋਬਿੰਦ ਸਿੰਘ ਕੋਲੇ ਫੌਜ ਹੈ ਨਹੀਂ ਆ, ਕੌਣ ਲੜਦਾ ਉਹਨਾਂ ਦੇ ਨਾਲ? ਜਦੋਂ ਅਸੀਂ ਜਾਵਾਂਗੇ ਬਾਦਸ਼ਾਹ ਅਕਬਰ ਔਰੰਗਜ਼ੇਬ ਦੇ ਕੋਲ,
ਜਦ ਉਹਨੂੰ ਪਤਾ ਲੱਗੂਗਾ ਵੀ ਜਿੱਤ ਪ੍ਰਾਪਤ ਨਹੀਂ ਕੀਤੀ ਔਰ ਲਸ਼ਕਰ ਸਾਰਾ ਗੁਰੂ ਗੋਬਿੰਦ ਸਿੰਘ ਤੋਂ ਮਰਵਾ ਲਿਆ, ਫਿਰ ਸਾਡੀ ਕੀ ਹਾਲਤ ਹੋਊਗੀ ਪਤਾ ਤੁਹਾਨੂੰ। क्रोध करे तब कौन सहारै, बिन से राज तुम्हारा। ਔਰ ਜਦੋਂ ਗੁੱਸਾ ਕਰੇਗਾ ਵੀ ਇੰਨੀ ਫੌਜ ਮਰਵਾ ਦਿੱਤੀ ਇਹਨਾਂ ਪਹਾੜੀਆਂ ਨੇ ਤੇ ਛੱਡਣਾ ਸੋਨੂੰ ਵੀ ਨਹੀਂ ਫਿਰ ਉਸਨੇ। रात मोर्चा कट्यो निकट तुम, बैना आन सहाय। ਭੀਮ ਚੰਦ ਨੂੰ ਕਹਿੰਦੇ ਆ ਸੋਨੂੰ ਰੌਲਾ ਨਹੀਂ ਸੁਣਿਆ? ਜਦ ਤੜਕੇ ਰੌਲਾ ਪਿਆ ਰਾਤ ਨੂੰ, ਅੱਧੀ ਰਾਤ ਨੂੰ ਸਿੱਖਾਂ ਨੇ ਹਮਲਾ ਕੀਤਾ ਹੈ, ਸੋਨੂੰ ਰੌਲਾ ਨਹੀਂ ਸੁਣਿਆ? ਤੁਸੀਂ ਭੱਜ ਕੇ ਆ ਕੇ ਵਿੱਚ ਸਹਾਇਤਾ ਕਿਉਂ ਨਾ ਕੀਤੀ? नहीं भीत अंतर ते लेकर, सुध ने प्रथम सुनाई। ਜੇ ਸੋਨੂੰ ਨਹੀਂ ਪਤਾ ਸੀਗਾ ਜਾਂ ਤੁਸੀਂ ਸੂਈਆ ਛੱਡਦੇ ਵੀ ਸਿੱਖ ਇਸ ਤਰ੍ਹਾਂ ਵੀ ਹਮਲਾ ਕਰ ਸਕਦੇ ਐ, ਤੁਸੀਂ ਕਿਉਂ ਨਹੀਂ ਖਿਆਲ ਰੱਖਿਆ? लड़ते को तुमने बल कालो, बैठ होए किनारे। ਗੱਲਾਂ ਸੱਚੀਆਂ ਵਜੀਦਾਂ ਦੀਆਂ, ਜ਼ਬਰਦਸਤ ਖਾਂ ਦੀਆਂ। ਕਹਿੰਦਾ ਤੁਸੀਂ ਲੜ ਕੇ ਰਾਜੀ ਨਹੀਂ ਹੈਗੇ, ਬਹਾਨਾ ਜਿਹਾ ਬਣਾ ਕੇ ਇੱਕ ਕਿਨਾਰੇ ਤੇ ਹੋ ਕੇ ਬੈਠੇ ਹੋ। हमें अब कूच करे चढ़ जावे, पाछे तुमको मारे। ਅਸੀਂ ਨਹੀਂ ਖੜਦੇ ਇੱਥੇ, ਜ਼ਬਰਦਸਤ ਖਾ ਕਹਿੰਦਾ ਅਸੀਂ ਚਲੇ ਜਾਵਾਂਗੇ, ਮੁੜ ਕੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਦੇ ਸਿੰਘ ਮਾਰਨਗੇ। भीम चंद अर भूप चंद जोगा, हाथ बंद कर बोले। ਇਹ ਪਹਾੜੀਏ ਮਿੰਨਤਾਂ ਕਰਦੇ ਹੋਏ ਹੱਥ ਬੰਨ ਕੇ ਕੀ ਕਹਿੰਦੇ? मन बाब जी दोष हमारो सुध, कछ रही ना ओले। ਕੀ ਕਰੀਏ ਨਵਾਬ ਸਾਹਿਬ, ਸਾਨੂੰ ਵੀ ਕਿਹੜਾ ਪਤਾ ਸੀਗਾ? ਬੇਨਤੀ ਕਰਦੇ ਆ ਐ ਨਾ ਕਰੋ, ਤੁਸੀਂ ਜਾਣਾ ਨਹੀਂ ਹੈਗਾ, ਸਾਡੀ ਕੀ ਗਲਤੀ ਹੈ? ਸਾਨੂੰ ਕਿਹੜਾ ਪਤਾ ਸੀਗਾ ਵੀ ਸਿੱਖ ਆਏ ਹਮਲਾ ਕਰ ਦਿੰਦੇ ਆ ਰਾਤ ਨੂੰ। हम नित कहते रहते तत जुता, तस्कर घर बटपारा। ਅਸੀਂ ਤੁਹਾਨੂੰ ਰੋਜ਼ ਤਾਂ ਸੁਚੇਤ ਕਰਦੇ ਆ ਬਈ ਇਹ ਗੁਰੂ ਗੋਬਿੰਦ ਸਿੰਘ ਨੇ ਡਾਕੂ ਲੁਟੇਰੇ ਰੱਖੇ ਹੋਏ ਨੇ, ਪਤਾ ਨਹੀਂ ਕਦੋਂ ਹਮਲਾ ਕਰ ਦੇਣ। ਪਾਪ ਦੁਸ਼ਮਣ ਤਾਂ ਹੀ ਬੋਲੂਗਾ, ਦੁਸ਼ਮਣ ਤਾਂ ਚੰਗਿਆਂ ਭਲਿਆਂ ਨੂੰ ਅੱਤਵਾਦੀ ਕਹੀ ਜਾਂਦਾ, ਕਹੋ ਸਤਨਾਮ ਸਿੰਘ। ਇਸ ਕਰਕੇ ਕਹਿੰਦੇ ਤੁਹਾਨੂੰ ਦੱਸਿਆ ਤਾਂ ਸੀਗਾ ਵੀ ਇਹਨਾਂ ਨੇ ਲੁਟੇਰੇ ਰੱਖੇ ਹੋਏ ਨੇ, ਚੋਰ ਰੱਖੇ ਹੋਏ ਆ ਬਹੁਤ। करे बटोरन ठोर ठोर ते, गुर को पट दल पारा। ਇਸ ਤਰ੍ਹਾਂ ਇਹ ਗੁਰੂ ਨੇ ਥਾਂ ਥਾਂ ਤੋਂ ਲੁਟੇਰੇ ਇਕੱਠੇ ਕਰਕੇ ਫੌਜ ਬਣਾਈ ਹੋਈ ਆ। ਤੇ ਇਹ ਕਹਿੰਦੇ ਸੀ ਔਰੰਗੇ ਨੂੰ ਤੇ ਸੂਬੇਦਾਰ ਨੂੰ ਵੀ ਉਹਨਾਂ ਕੋਲੇ ਬਹੁਤੀ ਫੌਜ ਹੈ ਨਹੀਂ, ਬਸ ਥੋੜੀ ਹੋਈ ਆ। साबते अगर मोर्चा हो ऐसा, रहे ना बिच सबदाने। ਔਰ ਕਹਿਣ ਲੱਗਿਆ ਸਭ ਤੋਂ ਅਗਲਾ ਮੋਰਚਾ ਸੀਗਾ ਜਿਹੜਾ ਆਪਣੇ ਆਪ ਵਿੱਚ ਸਾਵਧਾਨ ਨਹੀਂ ਰਿਹਾ। करी सियानप किनो नान पूजा, प्राण कहने। ਪੁੰਜ ਹੁੰਦੀ ਆ ਬਹੁਤ ਸਾਰੇ। ਕਹਿੰਦੇ ਕਿਸੇ ਨੇ ਵੀ ਸਿਆਣਪ ਨਹੀਂ ਕੀਤੀ ਬਈ ਕਿਲੇ ਦੇ ਨੇੜੇ ਬੈਠੇ ਆ, ਬਈ ਸ਼ੇਰ ਦੇ ਜਮਾ ਮੋਰਚੇ 'ਚ ਬੈਠੇ ਆ ਸਿੰਘਾਂ ਦੇ, ਕਦੇ ਵੀ ਹਮਲਾ ਕਰ ਸਕਦੇ ਐ। ਆਪਣੇ ਕਿਸੇ ਵੀ ਬੰਦੇ ਨੇ ਸਿਆਣਪ ਨਹੀਂ ਵਰਤੀ। लड़ते ते सरवर न होवा, लाखों चमक पावे। ਇਸ ਕਰਕੇ ਮਿੱਤਰਾ ਤੁਹਾਨੂੰ ਸਾਡੇ ਨਾਲ ਰਲਣਾ ਚਾਹੀਦਾ। ਜ਼ਬਰਦਸਤ ਕਹਿੰਦਾ ਭੀਮ ਚੰਦ ਨੂੰ, ਅੱਗੇ ਹੋ ਕੇ ਲੜੋ, ਸਾਡੇ ਨਾਲ ਰਲੋ, ਇਹ ਚੰਗੀ ਗੱਲ ਨਹੀਂ ਹੈ ਸਾਡੀ ਫੌਜ ਮਰਵਾਈ ਜਾਂਦੇ ਹੋ। रहो दूर तिरहव कर सगरे, निकटों न पावे। ਤੁਸੀਂ ਦੂਰ ਬੈਠੇ ਹੋ, ਤੁਸੀਂ ਨੇੜੇ ਕਿਉਂ ਨਹੀਂ ਹੁੰਦੇ ਇਹਨਾਂ ਸਿੱਖਾਂ ਦੇ? अन्न आदरो कन कर रखिए, अच्छी बात इसी में। ਇਹ ਚੰਗੀ ਗੱਲ ਹੈ ਵੀ ਤੁਸੀਂ ਬਾਹਰੋਂ ਰਾਸ਼ਨ ਆਉਣ ਤੋਂ ਰੋਕ ਛੱਡਿਆ ਹੈ। जागृत रहे रात को सगरे, जो पट थान तिसी में। ਪਰ ਰਾਤ ਨੂੰ ਜਾਗਦੇ ਵੀ ਰਹਿਣਾ ਚਾਹੀਦਾ ਹੈ। हम अनुसार आपकी सविदा, करे कार्य जिम पाखो। ਕਹਿੰਦਾ ਨਹੀਂ ਜੀ ਨਹੀਂ, ਅਸੀਂ ਤੁਹਾਡੇ ਅਨੁਸਾਰ ਆ, ਜਿਵੇਂ ਕਹੋਗੇ ਉਵੇਂ ਕਰਾਂਗੇ। ਦੇਖੋ ਨਾ ਹੁਣ ਬਾਹਰੋਂ ਆਪਾਂ ਅੰਦਰ ਰਾਸ਼ਨ ਨਹੀਂ ਜਾਣ ਦਿੰਦੇ, ਰੋਕ ਰੱਖਿਆ ਬਾਹਰੋਂ ਕੁਝ ਜਾਣਾ, ਇਹਦੇ ਨਾਲ ਵੀ ਉਹਨਾਂ ਦਾ ਨੁਕਸਾਨ ਹੋਵੇਗਾ। ਹੁਣ ਅੱਗੇ ਜਿਵੇਂ ਤੁਸੀਂ ਕਹੋਗੇ ਉਵੇਂ ਕਰਾਂਗੇ। लड़न मरण जीतन अर हारना, दिश खुदाई अब लाखो। ਇਹ ਲੜਨਾ ਮਰਨਾ ਜਿੱਤਣਾ ਹਾਰਨਾ ਇਹ ਤਾਂ ਅੱਲਾ ਦੇ ਖੁਦਾ ਦੇ ਰੱਬ ਦੇ ਹੱਥ ਵਿੱਚ ਹੈ। कित का हजार दरब गिरपत साबा, सूबन को पुन दीना। ਇਹਨਾਂ ਨੂੰ ਖੁਸ਼ ਕਰਨ ਵਾਸਤੇ ਹੁਣ ਰਿਸ਼ਵਤ ਹੋਰ ਇਕੱਠੀ ਕਰਕੇ ਦਿੱਤੀ ਆ ਤੁਰਕਾਂ ਨੂੰ, ਵਜੀਦੇ ਵਰਗਿਆਂ ਨੂੰ, ਪਹਾੜੀਆਂ ਨੇ। जब किचरे से बिद त्रासै, कई बार तन नीना। ਖੈਰ ਵਿਚਾਰਾ ਇੱਥੇ ਰੋਕਦੇ ਆ, ਜਦੋਂ ਇਹ ਗੁੱਸੇ ਹੋ ਜਾਂਦੇ ਆ ਤੁਰਕ, ਉਦੋਂ ਪਹਾੜੀਆਂ ਮਨਾਉਣ ਵਾਸਤੇ ਇਹਨਾਂ ਨੂੰ ਮਾਇਆ ਇਕੱਠੀ ਕਰਕੇ ਦਿੰਦੇ ਆ ਵਾਰ-ਵਾਰ। ਇਸ ਤਰ੍ਹਾਂ ਇਹ ਜੰਗ ਚੱਲ ਰਿਹਾ ਰਹਿੰਦੀ। ਵਿਚਾਰ ਕੱਲ ਨੂੰ ਸਰਵਣ ਕਰਾਂਗੇ। ਸਮਾਂ ਸਮਾਪਤੀ ਤੇ ਇੱਥੇ ਰੋਕਣ ਦੀ ਆਗਿਆ ਬਖਸ਼ੋ। ਬੋਲਦਿਆਂ ਨੇ ਕਾ ਅੱਖਰ ਬਾਅਦ ਘੱਟ ਹੋ ਜਾਂਦੇ।
ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। हे अच्युत हे पार ब्रह्म अविनाशी अविनाश हे पूरन हे सर्व पंचन गुणतास हे संगी हे निरंकार हे निर्गुण सब टेक हे गोबिंद हे गुण निधान जाके सदा विवेक हे अपरंपर हर हरे पी हो बनहार हे संत कै सदा संग दारा आधारा हे ठाकुर हूँ दास रो मैं निर्गुण गुण नहीं कोई नानक दीजै नाम दान राखो ये परोए आए प्रभ शरणागति कृपा निध दयाला एक अखर हर मन वसत नानक होत निहाला एक ओंकारा सतगुरु प्रसाद सच हुए वाहिगुरु जी की फतेह है विघ्न विनाशन सोए वाहिगुरु जी की फतेह है विघ्न विनाशन सोए वाहिगुरु जी का खालसा वाहिगुरु जी की फतेह।